बलिहारी गुर अपने दियोहाड़ी सदवार। जिन मानस ते देवते किए करत न लागी वार। जिन मानस ते देवते किए करत न लागी वार। जे सो चंदा उगवै सूरज चढ़ै हजार। एते चानण होंदियां गुर बिन घोर अंधार। गुर बिन घोर अंधार गुरु बिन समझ न आवे। गुर बिन सुरत न सिद्ध गुरु बिन मुक्त न पावै। गुर कर सच विचार गुरु कर रे मन मेरे। गुर कर शब्द सपुन अगन कटै सब तेरे। गुर नैण बैण गुर गुर कर गुर सत कब नल कह। जिन गुरु नह देखियो नह कियो ते अकयथ संसार में। सारे करियो जी कृपा एक बार। जिन गुरु नह देखियो नह कियो ते अकयथ संसार में। गज के सारे करियो कृपा। जिन गुरु नह देखियो नह कियो ते अकयथ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਇਹ ਫੈਸਲਾ ਬਹੁਤ ਵਾਰ ਦਿੱਤਾ ਹੈ, ਗੁਰੂ ਨੂੰ ਵੇਖਣਾ ਬਹੁਤ ਜ਼ਰੂਰੀ ਹੈ। ਲਗਭਗ ਪੂਰੀ ਦੁਨੀਆ 'ਚ ਵਸਦੇ ਸਿੱਖ ਨੇ ਇਸ ਨੂੰ ਮੰਨਿਆ ਵੀ ਹੈ। ਐਸਾ ਨਹੀਂ ਹੈ ਵੀ ਸਿੱਖ ਨੇ ਇਹ ਗੱਲ ਨਹੀਂ ਮੰਨੀ। ਦੁਨੀਆ 'ਚ ਕਿਤੇ ਵੀ ਸਿੱਖ ਵਸਦਾ ਹੋਵੇ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਦਿਨ 'ਚ ਇੱਕ ਵਾਰ ਘੱਟੋ ਘੱਟ ਗੁਰੂ ਸਾਹਿਬ ਜੀ ਨੂੰ ਜ਼ਰੂਰ ਵੇਖਾਂ, ਯਤਨ ਕਰਦਾ ਉਹ। ਪਰ ਉਹਦੇ ਵੇਖਣ ਦੇ ਅਰਥ ਆਪਣੇ ਨੇ, ਇਹ ਗੱਲ ਬੜੇ ਧਿਆਨ ਨਾਲ ਸਮਝਿਓ। ਗੁਰੂ ਨੂੰ ਵੇਖਣ ਦਾ ਹੁਕਮ ਬਾਬੇ ਨੇ ਬਾਣੀ 'ਚ ਕੀਤਾ ਹੈ, ਸਿੱਖ ਇਹਨੂੰ ਅਮਲੀ ਰੂਪ 'ਚ ਮੰਨਦਾ ਹੈ। ਪਰ ਮਿਸਟੇਕ ਕਿੱਥੇ ਹੋਈ ਵੀ ਗੁਰੂ ਦਿਸਿਆ ਕਿਉਂ ਨਹੀਂ ਅਜੇ ਤੱਕ। ਗੁਰੂ ਨੂੰ ਵੇਖਦਾ ਵੀ ਹੈ ਤੇ ਵੇਖਣਾ ਵੀ ਚਾਹੁੰਦਾ ਹੈ, ਪਰ ਗੁਰੂ ਦਿਸਿਆ ਨਹੀਂ। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਨੂੰ ਵੇਖਣਾ ਤੇ ਚਾਹੁੰਦਾ ਤੇ ਵੇਖਣ ਦਾ ਯਤਨ ਵੀ ਕਰਦਾ, ਪਰ ਉਹਨੇ ਵੇਖਣ ਦੇ ਅਰਥ ਆਪਣੇ ਬਣਾ ਲਏ ਨੇ। ਉਹ ਆਪਣੇ ਢੰਗ ਨਾਲ ਵੇਖਣਾ ਚਾਹੁੰਦਾ। ਔਰ ਅਸੀਂ ਇਹੋ ਹੀ ਕੋਸ਼ਿਸ਼ ਕਰਨੀ ਹੈ ਅੱਜ ਦੇ ਦੀਵਾਨ ਵਿੱਚ। ਤੁਸੀਂ ਸਾਰਿਆਂ ਨੇ ਉਚੇਚਾ ਯਤਨ ਕਰਕੇ ਗੁਰਮਤਿ ਸਮਾਗਮਾਂ ਦੀ ਲੜੀ ਨੂੰ ਆਰੰਭ ਕੀਤਾ ਤੇ ਪਹਿਲਾ ਦਿਨ ਹੈ ਅੱਜ। ਬੜੇ ਪਿਆਰ ਨਾਲ ਗੁਰੂ ਕੇ ਸਵਾਰਿਆਂ ਨੇ ਹਰੀ ਜਸ ਕੀਰਤਨ ਸਤਿਕਾਰਯੋਗ ਭਾਈ ਤਰਸੇਮ ਸਿੰਘ ਜੀ ਹੋਣਾ ਨੇ ਸ਼ਰਵਣ ਕਰਵਾਇਆ। ਉਪਰੰਤ ਛੋਟੀ ਬੱਚੀ ਸਤਿਗੁਰਾਂ ਦੇ ਪਾਵਨ ਸ਼ਬਦ ਗਾਇਨ ਕਰਕੇ ਗਈ ਹੈ। ਆਪਣਾ ਅੱਜ ਦੀ ਵਿਚਾਰ ਦਾ ਜਿਹੜਾ ਵਿਸ਼ਾ ਹੈ ਉਹ ਇਹ ਹੈ ਵੀ ਅਸੀਂ ਗੁਰੂ ਨੂੰ ਵੇਖਣਾ ਤੇ ਵੇਖਣ ਦਾ ਤਰੀਕਾ ਕੀ ਹੈ।
ਜੇ ਸਿੱਖ ਇਹ ਮੰਨ ਰਿਹਾ ਵੀ ਅਸੀਂ ਗੁਰੂ ਦਾ ਹੁਕਮ ਮੰਨਿਆ ਵੇਖਣ ਵਾਲਾ, ਫਿਰ ਗੁਰੂ ਸਾਹਿਬ ਜੀ ਅਜੇ ਤੱਕ ਦਿਸੇ ਕਿਉਂ ਨਹੀਂ? ਤੇ ਜੇ ਗੁਰੂ ਸਾਹਿਬ ਦਿਸੇ ਨੇ, ਫਿਰ ਸਾਡੇ ਉਹ ਵਿਹਾਰ ਵਿੱਚ ਕਿਉਂ ਨਹੀਂ? ਕਿਉਂਕਿ ਜਿਹੜੀ ਚੀਜ਼ ਨਜ਼ਰ ਆ ਜਾਂਦੀ ਹੈ ਨਾ, ਉਹ ਫਿਰ ਸਾਡੇ ਸੁਭਾਅ ਚੋਂ ਦਿਸਦੀ ਹੈ, ਉਹ ਸੁਭਾਵਕ ਹੁੰਦਾ ਹੈ। ਜਿਹੜਾ ਵਿਦਿਆਰਥੀ ਸਕੂਲ ਜਾਂਦਾ ਹੈ, ਜਿੰਨਾ ਚਿਰ ਉਹ ਸਿਲੇਬਸ ਨਹੀਂ ਵੇਖਦਾ, ਜਦੋਂ ਸਿਲੇਬਸ ਵੇਖਣ ਲੱਗ ਜਾਂਦਾ ਹੈ, ਸਮਝਣ ਲੱਗ ਜਾਂਦਾ ਹੈ, ਸਿਲੇਬਸ ਬਾਰੇ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ, ਫਿਰ ਉਹ ਸਿਲੇਬਸ ਵਾਲੇ ਗੁਣ ਉਸ ਵਿਦਿਆਰਥੀ 'ਚ ਦਿਸਦੇ ਨੇ। ਮੰਨ ਲਓ ਕੋਈ ਵਿਦਿਆਰਥੀ ਡਾਕਟਰੀ ਦੀ ਪੜ੍ਹਾਈ ਕਰਦਾ ਹੈ, ਤੇ ਉਹ ਸਾਰੀ ਜ਼ਿੰਦਗੀ ਸਿਰਫ ਪੜ੍ਹਾਈ ਨਹੀਂ ਕਰਦਾ ਰਹਿੰਦਾ। ਪਹਿਲੇ ਕੁਝ ਦਿਨ ਹੁੰਦੇ ਨੇ ਜਦੋਂ ਅਸੀਂ ਕਹਿੰਦੇ ਹਾਂ ਸਾਡਾ ਬੱਚਾ ਡਾਕਟਰੀ ਕਰ ਰਿਹਾ, ਫਿਰ ਅਸੀਂ ਕਹਿੰਦੇ ਹਾਂ ਸਾਡਾ ਬੱਚਾ ਹੁਣ ਡਾਕਟਰ ਬਣ ਗਿਆ। ਅਸੀਂ ਇੱਦਾਂ ਨਹੀਂ ਕਹਿੰਦੇ ਵੀ ਉਹ ਸਾਰੀ ਜ਼ਿੰਦਗੀ ਪੜ੍ਹਾਈ ਕਰਦਾ ਰਹੇਗਾ। ਤੇ ਇਦਾਂ ਹੀ ਗੁਰੂ ਸਾਹਿਬ ਕੋਲ ਆਣ ਕੇ ਵੀ ਅਸੀਂ ਜਦੋਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝਣਾ, ਤਾਂ ਇਹ ਅਸੀਂ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰਨੀ ਹੈ ਵੀ ਗੁਰੂ ਸਾਹਿਬ ਦਾ ਹੁਕਮ ਤਾਂ ਸਾਰਾ ਜਗਤ ਮੰਨ ਰਿਹਾ, ਸਿੱਖ ਜਗਤ ਤਾਂ ਮੰਨ ਰਿਹਾ, ਗੈਰ ਸਿੱਖ ਵੀ ਮੰਨ ਰਹੇ ਨੇ, ਕੱਲਾ ਸਿੱਖ ਹੀ ਨਹੀਂ, ਇਹ ਹੁਕਮ ਗੁਰੂ ਦਾ ਗੈਰ ਸਿੱਖ ਵੀ ਮੰਨ ਰਹੇ ਹਨ ਵੀ ਗੁਰੂ ਸਾਹਿਬ ਜੀ ਨੂੰ ਵੇਖਣ ਜਾਣਾ ਚਾਹੀਦਾ। ਪਰ ਉਹ ਵੇਖਣ ਦੇ ਅਰਥ ਨੇ, ਜਿਹੜੀ ਪਰਿਭਾਸ਼ਾ ਹੈ ਵੇਖਣ ਦੀ, ਜਿਹੜੀ ਡੈਫੀਨੇਸ਼ਨ ਹੈ ਵੇਖਣ ਦੀ, ਉੱਥੇ ਕਿਤੇ ਨਾ ਕਿਤੇ ਸਾਡੇ ਸਾਰਿਆਂ ਕੋਲੋਂ ਮਿਸਟੇਕ ਹੋਈ ਹੈ, ਕਿਤੇ ਅਸੀਂ ਗਲਤੀ ਕਰ ਲਈ ਹੈ। ਇਸ ਕਰਕੇ ਸਾਡੇ ਤੋਂ ਅਜੇ ਤੱਕ ਗੁਰੂ ਸਾਹਿਬ ਜੀ ਦੇ ਦੀਦਾਰ ਨਹੀਂ ਹੋਏ, ਗੁਰੂ ਸਾਹਿਬ ਅਸੀਂ ਵੇਖ ਨਹੀਂ ਪਾਏ। ਸੋ ਆਓ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਤੁਸੀਂ ਪਹਿਲੇ ਰੋਜ਼ ਦੇ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰ ਹੋ ਰਹੇ ਹੋ। ਸਮੇਂ ਵਿੱਚ ਰਹਿ ਕੇ ਮੈਂ ਆਪਣੇ ਵਿਸ਼ੇ ਨੂੰ ਕੋਸ਼ਿਸ਼ ਕਰਾਂਗਾ ਗੁਰੂ ਸਾਹਿਬ ਜੀ ਦੀ ਮੱਤ ਮੁਤਾਬਕ ਨਿਭਾ ਸਕਾਂ। ਵਿਚਾਰ ਆਰੰਭੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾ ਲਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਬੇਨਤੀਆਂ ਮੈਂ ਆਪ ਜੀ ਦੇ ਚਰਨਾਂ 'ਚ ਕੀਤੀਆਂ ਨੇ। ਇੱਕ ਤਾਂ ਬਾਣੀ ਵਿੱਚੋਂ ਪ੍ਰਮਾਣ ਪੜ੍ਹਦੇ ਆਪਾਂ ਕੀਤੀ ਹੈ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਨੇ ਗੁਰੂ ਨਹੀਂ ਵੇਖਿਆ ਉਹ ਸੰਸਾਰ ਤੇ ਆਇਆ ਹੀ ਨਹੀਂ। ਭੱਟ ਸਾਹਿਬਾਨਾਂ ਦਾ ਇਹ ਸ਼ਬਦ ਹੈ। ਬਾਣੀ ਪੜ੍ਹਨ ਵਾਲੇ ਤੁਹਾਡੇ ਸੂਝਵਾਨ ਬੈਠੇ ਨੇ, ਪ੍ਰਚਾਰਕ ਵੀਰ ਬੈਠੇ ਨੇ, ਬਹੁਤ ਸਾਰੇ ਵੀਰ ਭੈਣ ਤੁਸੀਂ ਬਾਣੀ ਦਾ ਪਾਠ ਆਪ ਕਰਦੇ ਹੋ, ਤੇ ਤੁਹਾਡੇ ਧਿਆਨ 'ਚ ਆ ਗਿਆ ਹੋਣਾ ਕਿ ਭੱਟਾਂ ਦੇ ਸਵਈਆਂ ਵਿੱਚ ਇਹ ਸ਼ਬਦ ਆਉਂਦਾ, ਜਿਨ ਗੁਰੂ ਨਹਿ ਦੇਖਿਓ ਨਹਿ ਕੀਓ ਤੇ ਅਕਿਆਥ ਸੰਸਾਰ ਮੈਂ। ਅਕਿਆਥ ਦਾ ਅਰਥ ਹੁੰਦਾ ਉਹਨਾਂ ਦਾ ਕੋਈ ਅਰਥ ਨਹੀਂ ਸੰਸਾਰ ਵਿੱਚ ਆਇਆਂ ਦਾ। ਤੇ ਸ਼ਾਇਦ ਇਸੇ ਕਰਕੇ ਦੁਨੀਆ ਦਾ ਹਰ ਸਿੱਖ ਗੁਰੂ ਨੂੰ ਵੇਖਣ ਜਾਂਦਾ, ਤੇ ਅਸੀਂ ਵੇਖਣ ਦਾ ਫਿਰ ਆਪਣੇ ਵੱਲੋਂ ਇੱਕ ਪੈਮਾਨਾ ਘੜ ਲਿਆ, ਆਪਣੇ ਵੱਲੋਂ ਇੱਕ ਜਾਚ ਸਿੱਖ ਲਈ ਹੈ ਵੀ ਗੁਰਦੁਆਰੇ ਜਾਣਾ ਹੈ ਤੇ ਗੁਰੂ ਸਾਹਿਬ ਜੀ ਦਾ ਸਾਹਮਣੇ ਪ੍ਰਕਾਸ਼ ਹੋਏਗਾ ਤੇ ਅਸੀਂ ਵੇਖ ਕੇ, ਬੋਲੋ ਗੱਜ ਕੇ, ਅਸੀਂ ਵੇਖ ਕੇ ਮੋੜ ਆ ਜਾਣਾ। ਇਹਨੂੰ ਅਸੀਂ ਕਹਿ ਰਹੇ ਹਾਂ ਗੁਰੂ ਨੂੰ ਵੇਖਣਾ। ਪਰ ਇਹ ਗੁਰੂ ਨੂੰ ਵੇਖਣਾ ਹੈ ਨਹੀਂ। ਜੇ ਗੁਰੂ ਨੂੰ ਵੇਖਣਾ ਤੇ ਇਹਦਾ ਮਤਲਬ ਹੈ ਜਿਹੜਾ ਜਿਹੜਾ ਗੁਰੂ ਸਾਹਿਬ ਜੀ ਨੂੰ ਵੇਖ ਗਿਆ ਉਹਦੇ ਜੀਵਨ ਵਿੱਚੋਂ ਗੁਰੂ ਸਾਹਿਬ ਜੀ ਦੀਆਂ ਗੱਲਾਂ ਝਲਕਣੀਆਂ ਚਾਹੀਦੀਆਂ ਨੇ। ਜੇ ਇਹ ਵੇਖਣਾ ਤੇ ਫਿਰ ਗੁਰੂ ਸਾਹਿਬ ਸਾਨੂੰ ਦਿਸਣੇ ਚਾਹੀਦੇ ਸਨ। ਜੇ ਗੁਰੂ ਸਾਹਿਬ ਸਾਨੂੰ ਦਿਸੇ ਨਹੀਂ ਤਾਂ ਇਹਦਾ ਮਤਲਬ ਹੈ ਅਸੀਂ ਆਪਣੇ ਢੰਗ ਨਾਲ ਵੇਖਣ ਦੀ ਪਰਿਭਾਸ਼ਾ ਘੜੀ ਹੈ, ਡੈਫੀਨੇਸ਼ਨ ਅਸੀਂ ਖੁਦ ਨਿਰਧਾਰਿਤ ਕੀਤੀ ਹੈ। ਇੱਕ ਬੇਨਤੀ ਹੋਰ ਧਿਆਨ ਨਾਲ ਸਮਝਿਓ, ਭਾਵੇਂ ਕੋਈ ਪੜ੍ਹਿਆ ਲਿਖਿਆ, ਭਾਵੇਂ ਕੋਈ ਅਨਪੜ੍ਹ ਹੈ, ਭਾਵੇਂ ਕੋਈ ਸ਼ਹਿਰੀ ਹੈ, ਭਾਵੇਂ ਕੋਈ ਪੇਂਡੂ ਹੈ, ਭਾਵੇਂ ਕੋਈ ਸਾਡੇ ਦੇਸ਼ ਵਿੱਚ ਰਹਿੰਦਾ ਤੇ ਭਾਵੇਂ ਕੋਈ ਵਿਦੇਸ਼ ਵਿੱਚ ਰਹਿੰਦਾ, ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਇੱਕ ਦਿਨ 'ਚ ਜ਼ਿਆਦਾ ਨਹੀਂ ਤੇ ਘੱਟੋ, ਕਈ ਬੰਦੇ ਤਾਂ 2 ਵਾਰ ਆਉਂਦੇ ਨੇ, ਕਈ ਬੰਦੇ ਤੇ ਸਵੇਰੇ ਵੀ ਜਾਂਦੇ ਨੇ ਦਰਸ਼ਨ ਕਰਕੇ ਤੇ ਸ਼ਾਮ ਨੂੰ ਫਿਰ ਦਰਸ਼ਨ ਕਰਦੇ ਨੇ। ਪਰ ਜਿਹੜੇ ਦੋਵੇਂ ਟਾਈਮ ਨਹੀਂ ਆ ਸਕਦੇ ਨਾ, ਉਹ ਇੱਕ ਟਾਈਮ ਜ਼ਰੂਰ ਆਉਂਦੇ ਨੇ ਗੁਰਦੁਆਰੇ ਦਰਸ਼ਨ ਕਰਨ। ਤੇ ਉਹਨਾਂ ਨੂੰ ਰਸਤੇ ਜਦੋਂ ਕੋਈ ਮਿਲਦਾ ਹੈ ਤੇ ਉਹਨਾਂ ਨੂੰ ਪੁੱਛਦਾ ਹੈ ਨਾ ਵੀ ਕਿੱਥੇ ਗਏ ਸੀ, ਤੇ ਉਹ ਕਹਿੰਦੇ ਨੇ ਦਰਸ਼ਨ ਕਰਨ ਗਏ ਸਾਂ, ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ ਸਾਂ। ਦਰਸ਼ਨ ਦਾ ਅਰਥ ਵੇਖਣਾ ਹੁੰਦਾ। ਹੁਣ ਇਹ ਬੜੀ ਅਜੀਬ ਗੱਲ ਹੈ ਵੀ ਸਾਰਾ ਸਿੱਖ ਜਗਤ ਗੁਰੂ ਦੇ ਦਰਸ਼ਨ ਕਰਨ ਆ ਰਿਹਾ, ਪਰ ਗੁਰੂ ਦੇ ਦਰਸ਼ਨ ਹੀ ਨਹੀਂ ਹੋ ਰਹੇ। ਜੇ ਤੁਹਾਨੂੰ ਇੰਝ ਲੱਗਦਾ ਵੀ ਦਰਸ਼ਨ ਹੋ ਰਹੇ ਨੇ, ਜਿਨ੍ਹਾਂ ਜਿਨ੍ਹਾਂ ਗੁਰੂ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ 2-4 ਨਾਮ ਮੈਂ ਤੁਹਾਡੇ ਸਾਹਮਣੇ ਲੈਣਾ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਕਿਸੇ ਇੱਕ ਦੂਜੇ ਕੋਲੋਂ ਸੁਣ ਕੇ, ਭਾਈ ਲਹਿਣਾ ਜੀ ਨੇ, ਤੇ ਉਹ ਬਾਅਦ 'ਚ ਲਹਿਣਾ ਨਹੀਂ ਰਿਹਾ, ਉਹ ਗੁਰੂ ਅੰਗਦ ਸਾਹਿਬ ਜੀ ਹੋ ਗਏ। ਦਰਸ਼ਨ ਕੀਤੇ ਸਨ ਉਹਨਾਂ ਨੇ। ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਸੱਜਣ ਨੇ। ਪਹਿਲਾਂ ਉਹਦਾ ਨਾਮ ਸੀ ਠੱਗ, ਤੇ ਗੁਰੂ ਸਾਹਿਬ ਜੀ ਤੋਂ ਬਾਅਦ ਨਾਮ ਹੋ ਗਿਆ ਸੱਜਣ। ਹਾਲਾਂਕਿ ਅਸੀਂ ਅਜੇ ਤੱਕ ਉਹਨੂੰ
ਸੱਜਣ ਠੱਗ ਸਾਂਝਾ ਕਾਮਨ ਹੀ ਸ਼ਬਦ ਵਰਤਦੇ ਹਾਂ ਅਸੀਂ। ਪਹਿਲਾਂ ਵੀ ਉਹਨੂੰ ਸੱਜਣ ਠੱਗ ਹੀ ਕਹਿੰਦੇ ਸੀ ਤੇ ਬਾਅਦ ਚ ਅਜੇ ਤੱਕ ਵੀ ਸੱਜਣ ਠੱਗ ਹੀ ਕਹਿੰਦੇ ਆ। ਬਾਣੀ ਦੇ ਅੰਦਰ ਇੱਕ ਸ਼ਬਦ ਬੜਾ ਪਿਆਰਾ ਵਰਤਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਗੁਰੂ ਦੇ ਦੀਦਾਰ ਕਰ ਲੈਂਦਾ ਹੈ ਨਾ, ਉਹਦੇ ਜੀਵਨ ਵਿੱਚੋਂ ਗੁਰੂ ਸਾਹਿਬ ਜੀ ਦੀਆਂ ਬਾਤਾਂ ਜ਼ਰੂਰ ਝਲਕਦੀਆਂ ਨੇ, ਜ਼ਰੂਰ ਨਜ਼ਰ ਆਉਂਦਾ। ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ। ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਦੇ ਮਨ ਦੀ ਮੁਰਾਦ, ਉਹਦੇ ਮਨ ਦੀ ਇੱਛਾ ਪੂਰੀ ਹੁੰਦੀ ਹੈ। ਵਿਸ਼ਾ ਲੰਬਾ ਹੋ ਜਾਣਾ, ਫਿਰ ਮੈਂ ਇਸ ਬੰਨੇ ਬਹੁਤਾ ਨਹੀਂ ਜਾਣਾ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਵਿੱਚ ਤੇਰੇ ਮਨ ਦੀ ਡਿਮਾਂਡ ਪੂਰੀ ਹੋਏਗੀ। ਹੁਣ ਇਹ ਗੱਲ ਵੀ ਦੁਨੀਆ ਦਾ ਹਰ ਸੰਸਾਰ ਦਾ ਵਿਅਕਤੀ ਚਾਹੁੰਦਾ ਵੀ ਮੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ, ਪਰ ਉਹਦਾ ਮਨ ਗੁਰੂ ਵਾਲਾ ਨਹੀਂ ਹੈ, ਮਨ ਆਪਣੇ। ਬਹੁਤ ਸਾਰੇ ਬੰਦੇ ਸਾਡੇ 'ਚ ਇੱਦਾਂ ਗੱਲ ਕਰਦੇ ਨੇ, ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ, ਬੜੇ ਪਿਆਰ ਨਾਲ ਮੈਂ ਗੁਰੂ ਸਾਹਿਬ ਜੀ ਕੋਲ ਅਰਦਾਸ ਕੀਤੀ ਸੀ, ਪਰ ਮੇਰੀ ਅਰਦਾਸ ਪੂਰੀ ਨਹੀਂ ਹੋਈ। ਹੁਣ ਇਹ ਹੋ ਨਹੀਂ ਸਕਦਾ, ਇਹ ਮੰਨਣ ਚਾਹੁੰਦੀ ਨਹੀਂ ਗੱਲ ਵੀ ਪੂਰੀ ਨਾ ਹੋਵੇ। ਜੇ ਨਹੀਂ ਪੂਰੀ ਹੋਈ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਤੂੰ ਮਨ ਦੀ ਮੱਤ ਵਿੱਚੋਂ ਕੀਤੀ ਹੋਣੀ ਹੈ, ਗੁਰੂ ਦੀ ਮੱਤ ਵਿੱਚੋਂ ਨਹੀਂ। ਕਿਉਂਕਿ ਜਿਹੜੀ ਗੁਰੂ ਦੀ ਮੱਤ ਹੈ ਨਾ, ਉਹਦੀ ਅਰਦਾਸ ਪਤਾ ਕੀ ਹੈ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਤੇ ਇੱਕ ਵੱਡੀ ਗੱਲ ਉਹਦੇ 'ਚ ਕੀਤੀ ਹੈ ਵੀ ਅੰਮ੍ਰਿਤਸਰ ਜੀ ਦੇ ਦਰਸ਼ਨ ਸ਼ਬਦ ਨਹੀਂ ਹੈ, ਇਸ਼ਨਾਨ ਸ਼ਬਦ ਹੈ ਇਕੱਲਾ। ਦਰਸ਼ਨ ਅਸੀਂ ਆਪਣੇ ਕੋਲੋਂ ਪਾ ਲਿਆ। ਤੁਸੀਂ ਰਹਿਤ ਮਰਿਆਦਾ 'ਚ ਪੜ੍ਹੋਗੇ ਨਾ ਜਦੋਂ ਇਹ ਅਰਦਾਸ ਦਾ ਟੌਪਿਕ, ਤੇ ਜਿੱਥੇ ਕਿਤੇ ਵੀ ਰਹਿਤ ਮਰਿਆਦਾ ਇੱਥੇ ਗੁਰੂ ਘਰ ਵਿੱਚ ਵੀ ਮਿਲ ਜਾਣੀ, ਉੱਥੇ ਵੇਖੋਗੇ ਉੱਥੇ ਦਰਸ਼ਨ ਇਸ਼ਨਾਨ ਨਹੀਂ ਹੈ। ਕਿਉਂਕਿ ਜਦੋਂ ਮਰਿਆਦਾ ਤਿਆਰ ਹੋ ਰਹੀ ਸੀ ਨਾ, ਮਰਿਆਦਾ ਤਿਆਰ ਕਰਨ ਨੂੰ ਲਗਭਗ ਬਹੁਤਾ ਜ਼ਿਆਦਾ ਜੇ ਆਪਾਂ ਨਾ ਵੀ ਕਹੀਏ ਤੇ 15 ਸਾਲ ਲੱਗੇ ਨੇ ਇਹਨੂੰ। 32 ਵਿੱਚ ਤਿਆਰ ਹੋ ਗਈ ਤੇ ਤਿਆਰ ਹੋਣ ਤੋਂ ਬਾਅਦ ਵੀ 32 ਤੋਂ 45 ਤੱਕ ਇਹਦੇ ਤੇ ਡਿਸਕਸ਼ਨ ਹੁੰਦੀ ਰਹੀ, ਚਰਚਾਵਾਂ ਹੁੰਦੀਆਂ ਰਹੀਆਂ, ਡਿਬੇਟ ਹੁੰਦੀ ਰਹੀ ਇਹਦੇ ਤੇ। ਜਿਹੜੀ ਮਰਿਆਦਾ ਰੱਦ ਅਸੀਂ 2 ਮਿੰਟਾਂ 'ਚ ਹੀ ਕਰ ਦਿੰਦੇ, ਜਿਹਨੂੰ 15 ਸਾਲ ਬਣਾਉਣ ਨੂੰ ਲੱਗੇ ਨੇ ਨਾ, ਸਾਡਾ ਗਿਆਨ, ਸਾਡੀ ਸਮਝ ਕਹਿੰਦੀ ਲੈ ਫਿਰ ਕੀ ਹੋਇਆ ਜੇ ਨਹੀਂ ਮਰਿਆਦਾ ਤੇ ਚੱਲ ਸਕਦੇ, ਇਹਦੇ ਨਾਲ ਕੀ ਫਰਕ ਪੈਂਦਾ। ਇਸ ਵੇਲੇ ਪੰਜਾਬ ਦੀ ਧਰਤੀ ਤੇ ਲਗਭਗ ਗੁਰਦੁਆਰਿਆਂ ਦੀਆਂ ਮਰਿਆਦਾ ਜੇ ਅਸੀਂ ਪੜ੍ਹਨੀਆਂ ਹੋਣ ਤਾਂ 7-8 ਤਰ੍ਹਾਂ ਦੀਆਂ ਤਾਂ ਲਿਖਤੀ ਨੇ। 7-8 ਤਰ੍ਹਾਂ ਦੀ ਗੁਰਦੁਆਰੇ ਦੀ ਮਰਿਆਦਾ ਲਿਖਤੀ ਤੌਰ ਤੇ ਹੈਗੀ ਹੈ, ਤੇ ਉੱਦਾਂ 20-25 ਮਰਿਆਦਾ ਨੇ ਗੁਰਦੁਆਰੇ ਦੀਆਂ। ਹਰ ਗੁਰਦੁਆਰੇ ਜਾਓਗੇ ਤੇ ਮਰਿਆਦਾ ਬਦਲ ਜਾਏਗੀ। ਤੁਸੀਂ ਵੇਖੋ, ਕਹਿੰਦੇ ਨਹੀਂ ਸਾਡੇ ਗੁਰਦੁਆਰੇ ਦੀ ਇਹ ਮਰਿਆਦਾ ਹੈ। ਮਰਿਆਦਾ ਗੁਰੂ ਦੀ ਹੁੰਦੀ ਹੈ ਕਿ ਕਿਸੇ ਬੰਦੇ ਦੀ ਹੁੰਦੀ ਹੈ? ਉਹ ਤਾਂ ਮਰਿਆਦਾ ਘੜੀ ਹੈ ਸਾਡੇ ਕੋਲ। ਜਿਹੜੀ ਚੀਜ਼ ਨੂੰ ਤੁਹਾਡੇ ਪੁਰਖਿਆਂ ਨੇ 15 ਸਾਲ ਲਾ ਕੇ ਤਿਆਰ ਕਰਨ ਤੋਂ ਬਾਅਦ ਵੀ ਉਹਦੇ ਤੇ ਡਿਸਕਸ਼ਨ ਕਰਦੇ ਰਹੇ, ਉਹਦੇ ਤੇ ਚਰਚਾ ਕਰਦੇ ਰਹੇ, ਡਿਬੇਟਾਂ ਹੁੰਦੀਆਂ ਰਹੀਆਂ, ਵੱਖ-ਵੱਖ ਜਥੇਬੰਦੀਆਂ ਦੇ ਲੋਕ ਉਹਦੇ 'ਚ ਬਹਿੰਦੇ ਰਹੇ ਆਣ ਕੇ, ਤੇ ਫਿਰ ਉਸ ਮਰਿਆਦਾ ਨੂੰ 1945 ਵਿੱਚ ਕੌਮੀਅਤ ਰੂਪ ਵਿੱਚ ਪ੍ਰਵਾਨ ਕਰ ਲਿਆ ਵੀ ਇਹ ਮਰਿਆਦਾ ਅਕਾਲ ਤਖਤ ਤੋਂ ਲਾਗੂ ਹੋਣੀ ਚਾਹੀਦੀ ਹੈ। ਸਾਨੂੰ ਬਹੁਤਿਆਂ ਨੂੰ ਉਸ ਮਰਿਆਦਾ ਦਾ ਪਤਾ ਹੀ ਨਹੀਂ ਹੈ। 90% ਸਿੱਖਾਂ ਨੂੰ ਨਹੀਂ ਪਤਾ, ਔਰ 75% ਸਾਡੇ ਧਾਰਮਿਕ ਬੰਦਿਆਂ ਨੂੰ ਨਹੀਂ ਪਤਾ ਵੀ ਅਕਾਲ ਤਖਤ ਦੀ ਕੋਈ ਮਰਿਆਦਾ ਵੀ ਹੈਗੀ ਹੈ। ਹੁਣ ਕਿੰਨੀ ਅਜੀਬ ਗੱਲ ਹੈ ਵੀ ਅਸੀਂ ਤੱਕ ਜਿਹੜੇ ਕਾਮਨ ਕਨਸੈਪਟ ਨੇ ਨਾ, ਸਾਡੇ ਬੇਸਿਕ ਗੱਲਾਂ ਨੇ ਜਿਹੜੀਆਂ ਸਾਡੀਆਂ, ਅਸੀਂ ਉਹਦੇ ਤੋਂ ਵੀ ਅਧੂਰੇ ਆ। ਖੈਰ, ਮੈਂ ਬੇਨਤੀ ਕਰਦਾ ਸੀ ਵੀ ਜੇ ਤੇਰੇ ਮਨ ਦੀ ਮੁਰਾਦ ਪੂਰੀ ਨਹੀਂ ਹੋਈ ਤੇ ਇਹਦਾ ਮਤਲਬ ਹੈ ਤੇਰੇ ਮਨ ਦੀ ਮੁਰਾਦ ਹੈ, ਗੁਰੂ ਦੀ ਮੁਰਾਦ ਨਹੀਂ ਹੈ। ਸਿੱਖ ਜਿਹੜੀ ਅਰਦਾਸ ਕਰਦਾ ਉਹਦੇ 'ਚ ਸ਼ਬਦ ਵਰਤਦਾ ਤੇ ਅਖੀਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇੱਕ ਮੰਗ ਕਰਦਾ ਹੈ ਵੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਹੁਣ ਇਹ ਸ਼ਬਦ ਵੀ ਮਰਿਆਦਾ 'ਚ ਕਿਉਂ ਆਇਆ ਹੈ? ਕਿਉਂਕਿ ਇਹ ਮਰਿਆਦਾ ਉਦੋਂ ਲਿਖੀ ਜਾ ਰਹੀ ਸੀ ਜਦੋਂ ਗੁਰਦੁਆਰੇ ਮੱਥਾ ਟੇਕਣ ਤੇ ਪਾਬੰਦੀਆਂ ਸਨ। ਤੁਸੀਂ ਗੁਰਦੁਆਰੇ ਮੱਥਾ ਨਹੀਂ ਸੀ ਟੇਕ, ਐਸੇ ਹਾਲਾਤ ਰਹੇ ਕਦੀ ਪੰਜਾਬ ਦੇ ਵਿੱਚ ਵੀ ਗੁਰਦੁਆਰੇ ਮੱਥਾ ਟੇਕਣ ਤੇ ਪਾਬੰਦੀ ਹੁੰਦੀ ਸੀ। ਪੂਰਾ ਗੁਰਦੁਆਰਾ ਬਕਾਇਦਾ ਵਕਤ ਦੀ ਹਕੂਮਤ ਨੇ ਘੇਰਿਆ ਹੁੰਦਾ ਸੀ ਤੇ ਮੱਥਾ ਟੇਕਣ ਵਾਸਤੇ ਵੀ ਚੋਰੀ ਜਾਣਾ ਪੈਂਦਾ ਸੀ, ਲੁੱਕ ਕੇ। ਤੇ ਕਈ ਬੰਦਿਆਂ ਨੂੰ ਮੱਥਾ ਟੇਕਣ ਜਾਣ ਦੇ ਬਦਲੇ ਹੀ ਜਾਨ ਗਵਾਉਣੀ ਪਈ। ਗਰਜਾ ਸਿੰਘ ਬੋਤਾ ਸਿੰਘ ਦਾ ਕਿੱਸਾ ਤੁਹਾਨੂੰ ਯਾਦ ਆ ਜਾਏਗਾ ਕਿ ਉਹ ਲੁੱਕ ਕੇ ਗਏ ਗੁਰਦੁਆਰਾ ਸਾਹਿਬ ਮੱਥਾ ਟੇਕਣ। ਜਦੋਂ ਵਾਪਸ ਪਰਤ ਰਹੇ ਸੀ ਤੇ ਕਿਸੇ ਨੇ ਤਾਨਾ ਮਾਰਿਆ ਵੀ ਦਿੱਲੀ ਤੋਂ ਤੁਰੇ ਆ, ਲਾਹੌਰ ਆਉਣ ਵਾਲਾ, ਅਜੇ ਤੱਕ ਤੇ ਕੋਈ ਦਿਸਿਆ ਨਹੀਂ ਸਿੱਖ। ਲੱਗਦਾ ਖਾਨ ਬਹਾਦਰ ਜ਼ਕਰੀਆ ਖਾਨ ਦੇ ਜਾਂ ਤਾਂ ਮੁਕਾ ਦਿੱਤੇ ਨੇ ਤੇ ਜਾਂ ਫਿਰ ਸਿੱਖ ਡਰਦੇ ਜੰਗਲਾਂ 'ਚ
ਲੁਕ ਗਏ ਨੇ। ਹੁਣ ਇੱਕ ਜਿਹੜੀ ਸੈਲਫ ਰਿਸਪੈਕਟ ਹੁੰਦੀ ਹੈ ਨਾ, ਜਿਹੜੀ ਸਾਡੀ ਆਪਣੀ ਇੱਜ਼ਤ ਹੁੰਦੀ ਹੈ, ਅਸੀਂ ਆਪਣੀ ਇੱਜ਼ਤ ਆਪ ਕਰਦੇ ਹਾਂ। ਅੱਜ ਵੈਸੇ ਬੰਦਾ ਆਪਣੀ ਇੱਜ਼ਤ ਆਪ ਨਹੀਂ ਕਰਦਾ, ਅਸੀਂ ਸਾਰੇ ਆਪਣੀ ਇੱਜ਼ਤ ਨਹੀਂ ਕਰਦੇ, ਅਸੀਂ ਹੈ ਹੀ ਇੱਦਾਂ ਦੇ ਆ। ਕੋਈ ਬੰਦਾ ਆਪਣੀ ਇੱਜ਼ਤ ਨਹੀਂ ਕਰਦਾ ਅੱਜ ਦੇ ਦੌਰ ਵਿੱਚ, ਤੇ ਸਾਰਾ ਜ਼ੋਰ ਸਾਡਾ ਇਹਦੇ ਤੇ ਲੱਗਦਾ ਵੀ ਲੋਕ ਮੇਰੀ ਇੱਜ਼ਤ ਕਰਨ। ਜਦੋਂ ਤੁਸੀਂ ਖੁਦ ਦੀ ਇੱਜ਼ਤ ਖੁਦ ਨਹੀਂ ਕਰਦੇ ਤੇ ਤੁਹਾਡੀ ਇੱਜ਼ਤ ਕੋਈ ਕਿਉਂ ਕਰੂਗਾ ਭਲਾ? ਜਦੋਂ ਅਸੀਂ ਆਪਣੀ ਇੱਜ਼ਤ ਮੈਂ ਆਪ ਹੀ ਨਹੀਂ ਕਰ ਰਿਹਾ, ਤੁਸੀਂ ਕਹੋਗੇ ਵੀ ਇਦਾਂ ਕਿੱਦਾਂ ਹੋ ਸਕਦਾ ਜੀ? ਇੱਜ਼ਤ ਤਾਂ ਸਾਰੇ ਕਰਦੇ ਹੀ ਨੇ ਆਪਣੀ। ਕਿੱਥੇ ਕਰਦੇ ਹੋ? ਜੇ ਇੱਜ਼ਤ ਕਰਦੇ ਹੁੰਦੇ, ਜਿਸ ਜਗ੍ਹਾ ਤੇ ਕਲਗੀਆਂ ਵਾਲੇ ਨੇ ਬਿਠਾਇਆ ਸੀ ਉਹਦੇ ਤੋਂ ਪਿਛਾਂਹ ਨੂੰ ਕਿਉਂ ਆਉਂਦੇ? ਜਦੋਂ ਕਿਸੇ ਬੰਦੇ ਨੂੰ ਵੱਡੇ ਅਹੁਦੇ ਤੇ ਬਿਠਾ ਦਿੱਤਾ ਜਾਏ, ਉਹ ਉਹਦੇ ਤੋਂ ਬਾਅਦ ਨਿੱਕੇ ਅਹੁਦੇ ਲਈ ਸਫ਼ਰ ਕਰਦਾ ਹੈ ਕਿ ਵੱਡੇ ਅਹੁਦੇ ਲਈ ਸਫ਼ਰ ਕਰਦਾ ਹੈ? ਉੱਚੀ ਬੋਲ ਕੇ ਦੱਸਿਓ। ਵੱਡੇ ਅਹੁਦੇ ਲਈ ਕਰਦਾ ਹੈ। ਤੇ ਮੇਰੇ ਬਾਪੂ ਨੇ ਸਰਬੰਸ ਵਾਰ ਕੇ ਜਿਸ ਅਹੁਦੇ ਤੇ ਸਾਨੂੰ ਬਿਠਾਇਆ ਸੀ, ਅਸੀਂ ਉਹਦੇ ਤੋਂ ਅੱਗੇ ਨੂੰ ਤੁਰੇ ਹਾਂ ਕਿ ਪਿੱਛੇ ਨੂੰ ਆ ਗਏ ਹਾਂ? ਫਿਰ ਇੱਜ਼ਤ ਕੀ ਹੋਈ ਸਾਡੀ? ਸਾਡੀ ਤੇ ਪ੍ਰਮੋਸ਼ਨ ਹੀ ਨਹੀਂ ਹੋਈ, ਅਸੀਂ ਤੇ ਬੈਕ ਤੁਰ ਪਏ। ਕਦੀ ਤੁਹਾਡੇ ਸਿੱਖਾਂ ਦੇ, ਕਦੀ ਤੁਹਾਡੀ ਦਸਤਾਰ ਦੀ, ਕਦੀ ਤੁਹਾਡੀ ਪੱਗ ਦੀ, ਕਦੀ ਤੁਹਾਡੇ ਕਲਚਰ ਦੀ, ਕਦੀ ਤੁਹਾਡੀਆਂ ਰੀਤੀ ਰਿਵਾਜਾਂ ਦੀ ਲੋਕ ਚਰਚਾ ਕਰਦੇ ਸਨ ਸਭਾਵਾਂ ਵਿੱਚ ਬਹਿ ਕੇ। ਤੇ ਅੱਜ ਤੁਸੀਂ ਆਪਣੇ ਘਰਾਂ 'ਚ ਵੀ ਚਰਚਾ ਨਹੀਂ ਛੇੜਨਾ ਚਾਹੁੰਦੇ। ਜੇ ਕੋਈ ਬੰਦਾ ਗੱਲ ਕਰੇ ਤਾਂ ਬਹੁਤ ਬੰਦੇ ਇਦਾਂ ਕਹਿ ਦਿੰਦੇ ਨੇ, ਹਰ ਥਾਂ ਤੇ ਐਵੇਂ ਲੈਕਚਰ ਹੀ ਨਾ ਕਰੀ ਜਾਇਆ ਕਰੋ, ਇੱਥੇ ਹੁਣ ਗਿਆਨ ਨਾ ਘੋਟਣ ਬਹਿ ਜਿਓ। ਸਾਡੇ ਆਮ ਘਰਾਂ 'ਚ ਇਦਾਂ ਗੱਲ ਚੱਲ ਪੈਂਦੀ ਹੈ। ਜੇ ਕੋਈ ਬੰਦਾ ਗੱਲ ਕਰਨ ਲੱਗ ਜਾਏ ਨਾ ਵੀ ਆ ਜਾਓ ਘੜੀ ਆਪਾਂ, ਤੇ ਅਗਲੇ ਕਹਿੰਦੇ ਛੱਡੋ ਯਾਰ ਘੜੀ, ਸਾਨੂੰ ਆਰਾਮ ਕਰਨ ਦਿਓ। ਇਹਦਾ ਮਤਲਬ ਇਹ ਹੈ ਵੀ ਅਸਲ ਵਿੱਚ ਅਸੀਂ ਸਾਰੇ ਜਿਹੜੀ ਹੁਣ ਪੜ੍ਹਾਈ ਕਰ ਰਹੇ ਆ ਨਾ, ਜਿਹੜੀ ਇਹਨੂੰ ਹੀ ਕਹਿੰਦੇ ਨੇ ਦਰਸ਼ਨ ਨਹੀਂ ਹੋਏ ਸਾਨੂੰ। ਜਿਹਨੇ ਗੁਰੂ ਦੇ ਦਰਸ਼ਨ ਕੀਤੇ ਸੀ ਉਹ ਗੁਰੂ ਤੋਂ ਬਰਾਬਰ ਹੋਣ ਦੀ, ਗੁਰੂ ਦੇ ਨਾਲ ਹੋਣ ਦੀ ਕੋਸ਼ਿਸ਼ ਕੀਤੀ ਆ ਉਹਨੇ। ਤੇ ਸਿੱਖਾਂ ਨੇ, ਸਮਾਜ ਨੇ ਬੰਦਾ ਸਿੰਘ ਬਹਾਦਰ ਵਿੱਚ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿੱਚ ਫਰਕ ਨਹੀਂ ਸਮਝਿਆ। ਤੁਸੀਂ ਦੱਸੋ, ਵਕਤ ਦੀ ਹਕੂਮਤ ਨੂੰ ਲੱਗਦਾ ਸੀ ਵੀ ਬੰਦਾ ਸਿੰਘ ਬਹਾਦਰ ਤੇ ਗੁਰੂ ਕਲਗੀਆਂ ਵਾਲੇ ਦੋ ਨੇ? ਉਹ ਕਹਿੰਦੇ ਸੀ ਇੱਕੋ ਹੀ ਹੈ। ਜਿੰਨੀ ਐਨਰਜੀ, ਜਿੰਨੀ ਸਿੱਦਤ ਨਾਲ ਉਹ ਕਲਗੀਆਂ ਵਾਲੇ ਨੂੰ ਲੱਭਦੇ ਫਿਰਦੇ ਸੀ ਨਾ, ਇੰਨੀ ਸਿੱਦਤ ਨਾਲ ਹੀ ਬੰਦਾ ਸਿੰਘ ਬਹਾਦਰ ਨੂੰ ਲੱਭਦੇ ਫਿਰਦੇ ਸੀ। ਕਿਉਂਕਿ ਉਹਨਾਂ ਨੂੰ ਲੱਗਦਾ ਸੀ ਫਰਕ ਨਹੀਂ ਹੈ ਇਹਨਾਂ 'ਚ, ਇਹ ਤਾਂ ਇੱਕੋ ਹੀ ਜਿਹੀ ਨੇ। ਸਿੱਖ ਨੇ ਹੌਲੀ ਹੌਲੀ ਜਦੋਂ ਗੁਰੂ ਸਾਹਿਬ ਵਾਲੇ ਵੱਲੇ ਨੂੰ ਸਫ਼ਰ ਕਰਨਾ ਸੀ ਨਾ, ਇਹ ਪਿੱਛੇ ਨੂੰ ਆਉਣਾ ਸ਼ੁਰੂ ਹੋ ਗਿਆ। ਅਰਦਾਸ ਦੀ ਮੈਂ ਗੱਲ ਕਰਦਾ ਸੀ, ਸਾਡੇ ਪੁਰਖਿਆਂ ਨੇ ਸ਼ਬਦ ਪਾਇਆ ਉੱਥੇ ਇਸ਼ਨਾਨ। ਇਸ਼ਨਾਨ ਤਾਂ ਪਾਇਆ ਕਿਉਂਕਿ ਸਾਡੇ ਗੁਰਦੁਆਰੇ ਜਾਣ ਤੋਂ ਪਾਬੰਦੀ ਸੀ। ਸ਼ਬਦ ਦਰਸ਼ਨ ਵੀ ਪੈ ਸਕਦਾ ਸੀ ਉੱਥੇ, ਵੀ ਦਰਸ਼ਨ ਕਰਨ ਤੇ ਵੀ ਪਾਬੰਦੀਆਂ ਸਨ। ਪਰ ਸਿੱਖ ਭੱਜ ਕੇ ਜਾ ਕੇ ਮੂੰਹ ਵਿਖਾ ਕੇ ਨਹੀਂ ਸੀ ਮੁੜਨਾ ਚਾਹੁੰਦਾ। ਦਰਸ਼ਨ ਦੀ ਫਿਲਾਸਫੀ ਪਤਾ ਆਪਾਂ ਕੀ ਘੜ ਲੈਣੀ ਸੀ? ਫਿਰ ਕਿਸੇ ਬੰਦੇ ਨੇ ਦੂਰੋਂ ਦੂਰਬੀਨ ਨਾਲ ਵੇਖ ਲਿਆ ਕਰਨਾ ਸੀ ਵੀ ਮੈਂ ਵੇਖ ਆਇਆ। ਆਪਣੇ ਬਥੇਰੇ ਚਲਾਕ ਬੰਦੇ ਸੀ, ਕਈਆਂ ਨੇ ਲੰਮੀ ਸਾਰੀ ਉੱਚੀ ਛੱਤ ਤੇ ਵੇਖ ਖਲੋ ਕੇ ਪਤਾ ਕਿਆ ਕਰਨਾ ਸੀ? ਮੈਂ ਵੇਖੇ ਗੁਰੂ ਸਾਹਿਬ ਜੀ ਦੇ ਕਰ ਆਇਆ ਦਰਸ਼ਨ। ਸਾਡੇ ਪੁਰਖਿਆਂ ਨੇ ਸ਼ਬਦ ਇਸ਼ਨਾਨ ਪਾਇਆ ਵੀ ਅੰਦਰ ਵੜਨਾ ਪੈਣਾ, ਉੱਥੇ ਤੈਨੂੰ ਸ਼ਾਮਲ ਹੋਣਾ ਪਊ ਉੱਥੇ। ਤੇ ਦਰਸ਼ਨ ਸ਼ਬਦ ਇਸ ਕਰਕੇ ਨਹੀਂ ਪਾਇਆ ਵੀ ਜਿਹੜਾ ਬੰਦਾ ਇਸ਼ਨਾਨ ਕਰਨ ਜਾਏਗਾ ਉਹ ਹੁਣ ਅੱਖਾਂ ਮੀਟ ਕੇ ਤੇ ਜਾਏਗਾ ਨਹੀਂ। ਮੰਨ ਲਓ ਜਿਹੜਾ ਬੰਦਾ ਦਰਸ਼ਨੀ ਡਿਓੜੀ ਲੰਘ ਗਿਆ, ਦਰਸ਼ਨੀ ਡਿਓੜੀ ਪ੍ਰਵੇਸ਼ ਕਰ ਗਿਆ ਅੰਦਰ, ਉਹਨੂੰ ਦਰਸ਼ਨ ਤੇ ਆਪੇ ਹੀ ਹੋਣੇ ਨੇ। ਇਸ਼ਨਾਨ ਸ਼ਬਦ ਤੁਸੀਂ ਵੇਖੋ ਕਿੰਨੀ ਉਹਨਾਂ ਬੰਦਿਆਂ ਦੀ ਸੋਚ ਤੇ ਕਿੰਨੀ ਸਮਝ ਹੋਏਗੀ। ਉਹਨਾਂ ਨੂੰ ਪਤਾ ਸੀ ਬੰਦੇ ਬਹਾਨੇ ਘੜਨਗੇ, ਬਹੁਤ ਛੇਤੀ ਘੜਦੇ ਆ ਬਹਾਨੇ। ਅਸੀਂ ਆਮ ਕਰਕੇ ਧਾਰਮਿਕ ਦੁਨੀਆ 'ਚ ਤੇ ਸਾਡੇ ਕੋਲ ਬਹਾਨਿਆਂ ਦੀ ਬਹੁਤ ਵੱਡੀ ਲੰਬੀ ਲਿਸਟ ਹੁੰਦੀ ਹੈ। ਧਰਮ ਦੀ ਦੁਨੀਆ 'ਚ ਤਾਂ ਬਹੁਤ ਬਹਾਨੇਬਾਜ਼ੀ ਕਰਦਾ ਬੰਦਾ, ਆਮ ਥਾਵਾਂ ਤੇ ਨਹੀਂ ਕਰਦਾ, ਪਰ ਧਰਮ ਦੀ ਦੁਨੀਆ 'ਚ ਬਹੁਤ ਕਰਦਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਇਸ਼ਨਾਨ, ਇਹਦਾ ਅਸਲ ਵਿੱਚ ਮਤਲਬ ਇਹ ਸੀ ਵੀ ਗੁਰੂ ਕੋਲ ਜਾਣਾ ਤੇ ਘੜੀ ਖੜਨਾ ਹੈ, ਉੱਥੇ ਵਕਤ ਬਤੀਤ ਕਰਨਾ ਹੈ। ਦੂਰੋਂ ਵੇਖ ਕੇ ਨਾ ਮੁੜ ਕੇ ਆਈ, ਆਪਣੇ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜਾਣ ਕੇ ਆਈ। 2 ਘੜੀਆਂ ਵਕਤ ਲਾਈ ਉਹਦੇ ਤੇ। ਬੇਸ਼ੱਕ ਤੇਰਾ ਸਿਰ ਰਵੇ ਨਾ ਰਵੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗਿਣਤੀਆਂ ਗੁੰਤੀਆਂ ਦੇ ਹਿਸਾਬ 'ਚ ਸਿੱਖ ਘੱਟ ਪੈਂਦੇ ਨੇ, ਇਸ ਮਸਲੇ ਨਾਲ ਸਾਨੂੰ ਬਹੁਤਾ ਨਹੀਂ ਲੈਣਾ ਦੇਣਾ ਹੁੰਦਾ। ਅਸੀਂ ਹਮੇਸ਼ਾ ਹੀ ਘੱਟ ਗਿਣਤੀਆਂ ਵਿੱਚ ਰਹੇ ਹਾਂ। ਪਰ ਗੱਲ ਇਹ ਹੈ ਵੀ ਤੁਸੀਂ ਹੈਗੇ ਕਿੱਦਾਂ ਦੇ ਹੋ। ਸਵਾਲ ਇਹ ਹੈ
ਤੇ ਤੁਹਾਡੇ ਅੰਦਰ ਜਿਹੜੀ ਸਾਡੇ ਅੰਦਰ ਇੱਕ ਸਪਿਰਿਟ ਪੈਦਾ ਹੋਣੀ ਹੈ, ਜਿਹੜੀ ਇੱਕ ਕੁਆਲਿਟੀ ਪੈਦਾ ਹੋਣੀ, ਉਹ ਗੁਰੂ ਦੇ ਦੀਦਾਰ ਕਰਕੇ ਹੋਣੀ। ਇਸ ਕਰਕੇ ਪੂਰੀ ਦੁਨੀਆ ਦਾ ਸਿੱਖ ਜਗਤ ਗੁਰੂ ਦੇ ਦਰਸ਼ਨਾਂ ਵਾਸਤੇ ਦਿਨ 'ਚ 2 ਵਾਰ ਨਹੀਂ ਤੇ 1 ਵਾਰ ਜ਼ਰੂਰ ਜਾਂਦਾ ਹੈ। ਪਰ ਇਹਨੇ ਅੱਜ ਵੇਖਣ ਦੇ ਅਰਥ ਇਹ ਕੱਢ ਲਏ ਨੇ ਵੀ ਗੁਰੂ ਸਾਹਿਬ ਸਾਹਮਣੇ ਪਏ, ਸਾਨੂੰ ਸਿੰਘਾਸਣ ਤੇ ਇਦਾਂ ਦਿਸ ਗਏ ਤੇ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਲਏ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਕੋਰਡਿੰਗ ਟੋਟਲੀ ਰੋਂਗ ਹੈ। ਤੁਸੀਂ ਸੂਝਵਾਨ ਬੈਠੇ ਹੋ। ਸਿਲੇਬਸ ਸਮਝਣਾ ਹੁੰਦਾ ਹੈ ਕਿ ਸਿਲੇਬਸ ਵੇਖਣਾ ਹੁੰਦਾ ਹੈ? ਉੱਚੀ ਬੋਲਿਓ ਪਹਿਲਾਂ। ਸਿਲੇਬਸ ਸਮਝਣਾ ਹੁੰਦਾ ਹੈ ਕਿ ਵੇਖਣਾ ਹੁੰਦਾ? ਸਮਝਣਾ ਹੁੰਦਾ। ਇਹ ਸਿੱਖਾਂ ਦਾ ਸਿਲੇਬਸ ਹੈ ਜਾਂ ਕੋਈ ਮੂਰਤੀ ਹੈ? ਉੱਚੀ ਬੋਲ ਕੇ ਦੱਸੋ। ਸਿਲੇਬਸ। ਫਿਰ ਸਮਝ ਕਿਉਂ ਨਹੀਂ ਰਹੇ ਇਹਨੂੰ ਅਸੀਂ? ਕਿਉਂਕਿ ਵੇਖੀ ਮੂਰਤੀ ਜਾਂਦੀ ਹੁੰਦੀ ਹੈ, ਸਿਲੇਬਸ ਵੇਖਿਆ ਨਹੀਂ ਜਾਂਦਾ ਹੁੰਦਾ। ਇਸੇ ਕਰਕੇ ਮੇਰੇ ਬਾਪੂ ਨੇ 239 ਸਾਲ ਦਾ ਸਮਾਂ ਲਾ ਕੇ ਸਿੱਖ ਨੂੰ ਕਿਸੇ ਥਾਂ, ਕਿਸੇ ਮੂਰਤ, ਕਿਸੇ ਤਸਵੀਰ ਨਾਲ ਨਹੀਂ ਜੋੜਿਆ। ਸਿੱਖ ਨੂੰ ਸ਼ਬਦ ਨਾਲ ਜੋੜਿਆ, ਵਿਚਾਰਧਾਰਾ ਨਾਲ ਜੋੜਿਆ। ਜਿਹੜੀਆਂ ਕੌਮਾਂ ਵਿਚਾਰਧਾਰਕ ਤੌਰ ਤੇ ਸਟਰੋਂਗ ਹੁੰਦੀਆਂ ਨੇ, ਉਹ ਖਤਮ ਨਹੀਂ ਹੁੰਦੀਆਂ ਕਦੇ ਵਾਸਤੇ ਵੀ। ਜਿਹੜੀ ਕੌਮ ਵਿਚਾਰਧਾਰਕ ਤੌਰ ਤੇ ਸਟਰੋਂਗ ਹੁੰਦੀ ਹੈ ਨਾ, ਉਹ ਕਦੀ ਖਤਮ ਨਹੀਂ ਹੁੰਦੀ। ਤੇ ਜਿਹੜੀ ਕੌਮ ਵਿਚਾਰਧਾਰਕ ਤੌਰ ਤੇ ਕਮਜ਼ੋਰ ਹੋ ਜਾਏ, ਬਾਹਰੋਂ ਜਿੰਨੀ ਮਰਜ਼ੀ ਤਗੜੀ ਹੋ ਜਾਏ, ਜਿੰਨੀ ਮਰਜ਼ੀ ਪਾਵਰ 'ਚ ਆ ਜਾਏ, ਜਿੰਨੀਆਂ ਮਰਜ਼ੀ ਪਦਵੀਆਂ ਆ ਜਾਣ ਉਹਨਾਂ ਕੋਲ, ਉਸ ਕੌਮ ਨੇ ਖਤਮ ਹੋਣਾ ਹੀ ਹੁੰਦਾ। ਔਰੰਗਜ਼ੇਬ ਕਦੀ ਨਾ ਮਰਦਾ ਜੇ ਵਿਚਾਰਧਾਰਕ ਤੌਰ ਤੇ ਖਤਮ ਨਾ ਹੁੰਦਾ ਤਾਂ। ਉਹਦੇ ਕੋਲ ਆਪਣੇ ਮਤ ਦੀ ਵੀ ਵਿਚਾਰਧਾਰਾ ਨਹੀਂ ਸੀ। ਇਸਲਾਮ ਨੇ ਕਿਤੇ ਨਹੀਂ ਕਿਹਾ ਵੀ ਔਰਤ ਤੇ ਜ਼ੁਲਮ ਕਰਨਾ ਚਾਹੀਦਾ, ਬੱਚਿਆਂ ਤੇ ਜ਼ੁਲਮ ਕਰਨਾ ਚਾਹੀਦਾ, ਪਰ ਔਰੰਗਜ਼ੇਬ ਨੇ ਕੀਤਾ ਕਿਉਂਕਿ ਵਿਚਾਰਧਾਰਾ ਖਤਮ ਹੋ ਗਈ ਉਹਦੇ ਕੋਲ। ਤੇ ਔਰੰਗਜ਼ੇਬ ਐਡਾ ਪਾਵਰਫੁਲ ਬਾਦਸ਼ਾਹ ਸੀ ਨਾ, ਐਡਾ ਪਾਵਰਫੁਲ ਬਾਦਸ਼ਾਹ ਸੀ ਵੀ ਜਿਹਦੀ ਗੱਲ ਹੀ ਕਿਆ ਕਰਨੀ ਹੈ। ਪਰ ਜਦੋਂ ਵਿਚਾਰਧਾਰਕ ਤੌਰ ਤੇ ਕੰਡੈਮ ਹੋ ਗਿਆ ਨਾ, ਵਿਚਾਰਧਾਰਕ ਤੌਰ ਤੇ ਖਤਮ ਹੋ ਗਿਆ, ਉਸ ਬਾਦਸ਼ਾਹ ਦੇ ਤਖਤ ਨੂੰ ਰੁਲਦਿਆਂ ਬਹੁਤੀ ਦੇਰ ਨਹੀਂ ਲੱਗੀ। 1704 ਵਿੱਚ ਉਹ ਆਪਣੇ ਅਕੀਦਿਆਂ ਤੋਂ ਡੋਲਣਾ ਸ਼ੁਰੂ ਹੋਇਆ, 1708 ਵਿੱਚ ਤੇ 1710 ਵਿੱਚ ਉਹ ਆਪਣੇ ਸਿੰਘਾਸਣ ਤੋਂ ਨੇਸਤੋ ਨਬੂਦ ਹੋ ਗਿਆ ਸੀ। ਬਹੁਤਾ ਟਾਈਮ ਨਹੀਂ ਲੱਗਾ ਉਹਨੂੰ। ਜਦੋਂ ਤੁਸੀਂ ਵਿਚਾਰਧਾਰਕ ਤੌਰ ਤੇ ਵੀਕ ਹੋਣ ਲੱਗ ਜਾਂਦੇ ਆ, ਫਿਰ ਤੁਹਾਡੀਆਂ ਤਾਕਤਾਂ ਤੋਂ, ਬਾਣੀ 'ਚ ਲਿਖਿਆ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿੱਡੇ ਪਿਆਰੇ ਸ਼ਬਦ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇ ਤੇਰੇ ਕੋਲ ਰਾਜ ਵੀ ਹੋਵੇ, ਤੇਰੇ ਕੋਲ ਤਾਕਤ ਵੀ ਹੋਵੇ, ਤੇਰੇ ਕੋਲ ਜ਼ੋਰ ਵੀ ਹੋਵੇ, ਤੇਰੇ ਕੋਲ ਪਾਵਰ ਵੀ ਹੋਵੇ, ਤੇਰਾ ਰੁਤਬਾ ਵੀ ਵੱਡਾ ਹੋਵੇ, ਪਰ ਜੇ ਤੂੰ ਸਿਆਣਾ ਨਾ ਹੋਇਆ, ਤੂੰ ਸਾਰੀਆਂ ਚੀਜ਼ਾਂ ਹੀ ਦਾਅ ਤੇ ਲਾ ਦੇਣੀਆਂ। ਜਪਜੀ ਸਾਹਿਬ 'ਚ ਕਹਿੰਦੇ ਨਾ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੈ। ਪਰ ਕੀ ਕਿਹਾ? ਜੇ ਤਿਸ ਨਦਰ ਨਾ ਆਵਈ, ਤੇ ਤੇਰੀ ਕੋਈ ਵੈਲਿਊ ਨਹੀਂ ਹੈ ਭਾਈ। ਤੈਨੂੰ ਜੇ ਇਹ ਲੱਗਦਾ ਵੀ ਬਾਹਰ ਦੇ ਰੁਤਬੇ, ਮੈਨੂੰ ਗੁਰੂ ਸਾਹਿਬ ਜੀ ਦਾ ਪਾਵਨ ਸ਼ਬਦ ਗੁਜਰੀ ਰਾਗ ਦੇ ਅੰਦਰ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਬੜਾ ਪਿਆਰਾ ਤੁਹਾਡੇ ਧਿਆਨ 'ਚ ਆ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦਿਆਂ ਕੋਲ ਨਾ ਭੱਜਾ ਫਿਰੀ ਵੀ ਤੈਨੂੰ ਬਚਾ ਲਏਗਾ ਕੋਈ। ਸ਼ਬਦ ਬੜਾ ਪਿਆਰਾ ਹੈ, ਗੌਰ ਨਾਲ ਸੁਣੋਗੇ। ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਅਸੀਂ ਬੰਦਿਆਂ ਕੋਲੋਂ ਮਸਲਿਆਂ ਦੇ ਹੱਲ ਲੱਭ ਰਹੇ ਹਾਂ ਤੇ ਬੰਦੇ ਬੜੇ ਵੀਕ ਨੇ। ਸ਼ਬਦ ਗੁਰਦੇਵ ਪਾਤਸ਼ਾਹ ਜੀ ਦਾ, ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਕਰੋ ਕਿਰਪਾ, ਸੋ ਆਪਣੇ ਦੁੱਖ ਭਰਿਆ। ਫਿਰ ਕੀ ਕਰੀਏ? ਇਹ ਤਾਂ ਮਹਾਰਾਜ ਗੱਲ ਸਮਝ ਆ ਗਈ ਵੀ ਬੰਦਿਆਂ ਕੋਲ ਰੋਣਾ ਧੋਣਾ ਪੱਲੇ ਕੁਛ ਨਹੀਂ ਪਾਏਗਾ। ਫਿਰ ਕਰੀਏ ਕੀ? ਮਹਾਰਾਜ ਸ਼ਬਦ ਵਰਦੇ ਕਹਿੰਦੇ, ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿੰਨ ਭਉ ਸਾਗਰ ਤਰਿਆ। ਜਿੰਨਾ ਰਿਸ਼ਤਾ ਰੱਬ ਨਾਲ ਜੋੜ ਲਿਆ, ਜਿੰਨਾ ਪ੍ਰਮਾਤਮਾ ਨਾਲ ਲਿੰਕ ਜੋੜ ਲਿਆ, ਉਹ ਭਉ ਸਾਗਰ, ਡਰ ਵਾਲਾ ਸਾਗਰ। ਭਉ ਦਾ ਅਰਥ ਹੈ ਡਰ। ਸੰਸਾਰ ਡਰ ਦਿੰਦਾ ਹੈ, ਗੁਰੂ ਸਾਹਿਬ ਜੀ ਨਿਡਰ ਬਣਾਉਂਦੇ ਨੇ। ਜੇ ਅੱਜ ਸਾਡਾ ਜਗਤ ਡਰ ਰਿਹਾ ਹੈ ਨਾ, ਅਸੀਂ ਸਾਰੇ ਹੀ ਡਰ ਰਹੇ ਹਾਂ। ਬਹੁਤ ਕਮਜ਼ੋਰ ਬੰਦੇ ਆ ਅਸੀਂ, ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਵੀ ਡਰਦੇ ਹਾਂ, ਵੱਡੀਆਂ ਸਮੱਸਿਆਵਾਂ ਤੋਂ ਵੀ ਡਰਦੇ ਹਾਂ, ਅਸੀਂ ਹਰ ਇੱਕ ਚੀਜ਼ ਤੋਂ ਡਰਦੇ ਹਾਂ। ਇਸ ਕਰਕੇ ਸਾਡੇ ਤੇ ਜਿਹੜਾ ਕਬਜ਼ਾ ਹੈ ਨਾ, ਉਹ ਡਰਦਾ ਹੈ। ਤੇ ਡਰਿਆ ਹੋਇਆ ਬੰਦਾ
ਕਦੀ ਵਿਕਾਸ ਨਹੀਂ ਕਰ ਸਕਦਾ ਹੁੰਦਾ, ਕਦੀ ਵਿਕਾਸਸ਼ੀਲ ਨਹੀਂ ਹੁੰਦਾ। ਉਹ ਡਰੇ ਬੰਦੇ ਦੀ ਕੋਈ ਪ੍ਰੋਬਲਮ ਹੈ। ਤੇ ਡਰ ਕਿਹਨੇ ਦੂਰ ਕਰਨਾ ਹੈ? ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੇ। ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਨਹੀਂ ਰਹੇ ਸਾਨੂੰ, ਗੁਰੂ ਸਾਹਿਬ ਵੇਖ ਨਹੀਂ ਪਾ ਰਹੇ ਅਸੀਂ। ਕਿੰਨੇ ਡਰੇ ਹੋਏ ਬੰਦੇ ਨੇ ਹੁਣ, ਕਿੰਨਾ ਕਿੰਨਾ ਖੌਫ ਹੈ ਸਾਡੇ ਘਰਾਂ 'ਚ। ਨੋਰਮਲ ਵੀ ਤੁਸੀਂ ਵੇਖੋ, ਦੋ ਬੰਦੇ ਇੱਕ ਥਾਂ ਤੇ ਖਲੋਤੇ, ਡਰ ਵੇਖਿਓ ਸਾਡਾ, ਦੋ ਬੰਦੇ ਇੱਕ ਥਾਂ ਤੇ ਖੜੇ ਗੱਲਾਂ ਕਰਦੇ ਹੋਣ ਤੇ ਤੀਜੇ ਬੰਦੇ ਨੂੰ ਕੀ ਲੱਗਦਾ ਭਲਾ ਵੀ ਇਹ ਗੱਲਾਂ ਕੀ ਕਰਦੇ ਨੇ, ਮੇਰੇ ਬਾਰੇ ਕਰਦੇ ਹੋਣ। ਵੀ ਤੇਰੇ 'ਚ ਕੀ ਪ੍ਰੋਬਲਮ ਹੈ ਵੀ, ਇਹ ਤੇਰੇ ਬਾਰੇ ਕਿਉਂ ਗੱਲਾਂ ਕਰਨਗੇ? ਕਿਉਂਕਿ ਡਰਿਆ ਹੀ ਇੰਨਾ ਪਿਆ। ਜੇ ਪਤੀ ਪਤਨੀ ਇਕੱਠੇ ਬਹਿ ਜਾਣ ਤੇ ਮਾਂ ਨੂੰ ਇਹ ਲੱਗਦਾ ਵੀ ਲਾਏ ਇਹ ਦੋਵੇਂ ਬੈਠੇ ਨਾ ਹੋਣ, ਮੇਰੇ ਪਤਾ ਨਹੀਂ ਕੀ ਗੋਂਤਾਂ ਗੁੰਦਦੇ ਹੋਣੇ ਨੇ। ਜੇ ਪਤੀ ਮਾਂ ਲਾਗੇ ਬਹਿ ਜਾਏ ਤੇ ਪਤਨੀ ਨੂੰ ਹੁੰਦਾ ਲਾਏ ਬਹਿ ਗਿਆ ਮਾਂ ਲਾਗੇ, ਹੁਣ ਕਿੱਡਾ ਖਤਰਾ ਹੈ। ਹਾਲਾਂਕਿ ਰਿਸ਼ਤੇ ਥੋੜੀ ਕੋਈ ਮਾੜੇ, ਹਰ ਰਿਸ਼ਤਾ ਬੜਾ ਪਵਿੱਤਰ ਹੈ। ਔਰ ਅਸੀਂ ਇਸ ਕਰਕੇ ਸਮਾਜ ਵਿੱਚ ਇਹਦੇ ਤੇ ਜ਼ੋਰ ਦੇ ਰਹੇ ਹਾਂ ਵੀ ਤੂੰ ਉਹਦੇ ਲਾਗੇ ਨਾ ਬਈ, ਉਹਦੇ ਲਾਗੇ ਨਾ ਬਈ, ਉਹਦੇ ਨਾਲ ਗੱਲ ਨਾ ਕਰੀ, ਉਹਦੇ ਲਾਗੇ ਨਾ ਖਲੋਈ, ਕਿਉਂਕਿ ਇਹ ਖਤਰਾ ਸਤਾ ਰਿਹਾ ਸਾਨੂੰ ਵੀ ਜੇ ਇਹ ਕਿਸੇ ਦੂਜੇ ਲਾਗੇ ਬਹਿ ਗਿਆ ਤੇ ਇਹ ਨਾ ਹੋਵੇ ਕਿ ਮੇਰੀ ਵਿਚਾਰਧਾਰਾ ਹੀ ਖਤਮ ਹੋ ਜਾਏ। ਤੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ, ਬਾਬੇ ਦੀ ਬਾਣੀ ਕੀ ਕਹਿੰਦੀ ਹੈ? ਇਹ ਡਰ ਤੇਰਾ ਸਿਰਫ ਤੇ ਸਿਰਫ ਗੁਰੂ ਦੇ ਦਰਸ਼ਨਾਂ ਤੋਂ ਹੀ ਦੂਰ ਹੋ ਸਕਦਾ। ਤੇ ਗੁਰੂ ਸਾਹਿਬ ਜੀ ਨੂੰ ਅਸੀਂ ਵੇਖਣਾ ਨਹੀਂ ਚਾਹੁੰਦੇ। ਡਰ ਕਿਵੇਂ ਦੂਰ ਹੋ ਸਕਦਾ? ਗੁਰੂ ਸਾਹਿਬ ਜੀ ਕੋਲ ਆਣ ਕੇ ਗੁਰੂ ਸਾਹਿਬ ਜੀ ਨੇ ਤੁਹਾਨੂੰ ਆਪਣੇ ਥਾਂ ਤੇ ਰਿਸਪੌਂਸੀਬਲ ਬਣਾ ਦੇਣਾ, ਜ਼ਿੰਮੇਵਾਰ ਬੰਦਾ। ਤੇ ਜ਼ਿੰਮੇਵਾਰ ਬੰਦੇ ਨੂੰ ਕੋਈ ਡਰ ਨਹੀਂ ਹੁੰਦਾ। ਜਿਹਨੇ ਮਾਂ ਨੂੰ ਮਾਂ ਦੀ ਥਾਂ ਤੇ, ਪਤਨੀ ਨੂੰ ਪਤਨੀ ਦੀ ਥਾਂ ਤੇ, ਪਿਤਾ ਨੂੰ ਪਿਤਾ ਦੀ ਥਾਂ ਤੇ, ਪੁੱਤ ਨੂੰ ਪੁੱਤ ਦੀ ਥਾਂ ਤੇ, ਸਾਰਿਆਂ ਨੂੰ ਆਪਣੇ ਆਪਣੇ ਥਾਂ ਤੇ ਰੱਖਿਆ ਨਾ, ਉਹਨੂੰ ਕੋਈ ਡਰ ਨਹੀਂ ਹੈ। ਜਦੋਂ ਵੀਕਨੈਸ ਹੈ ਹੀ ਨਹੀਂ ਉਹਦੇ 'ਚ, ਕਮਜ਼ੋਰੀ ਕੋਈ ਨਹੀਂ ਉਹਦੇ 'ਚ, ਭਾਵੇਂ 100 1000 10 ਬਾਣੀ 'ਚ ਲਿਖਿਆ ਨਹੀਂ ਮਹਾਰਾਜ ਸੱਚੇ ਪਾਤਸ਼ਾਹ, ਨਿੰਦੋ ਨਿੰਦੋ ਮੋਗੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ, ਨਿੰਦਾ ਮਹਤਾਰੀ। ਮੇਰੇ ਵਾਸਤੇ ਤਾਂ ਮਾਈ ਬਾਪ ਹੀ ਨਿੰਦਿਆ ਆ। ਪਰ ਇਹਦੇ ਅਰਥ ਆਪਣੇ ਨਾ ਕੱਢ ਲਿਓ ਹੁਣ ਵੀ ਅੱਛਾ ਕੋਈ ਗੱਲ ਨਹੀਂ, ਜੋ ਕੋਈ ਕਰੀ ਜਾਂਦਾ ਕਰਨ ਦਿਓ। ਨਹੀਂ, ਮਹਾਰਾਜ ਕਹਿੰਦੇ ਹਿਰਦੇ ਸ਼ੁੱਧ ਜਾਂ ਨਿੰਦਾ ਹੋਈ। ਤੂੰ ਵੈਲ ਪਾਵਰ ਚਾਹੀਦੀ ਹੈ ਤੇਰੇ ਅੰਦਰ, ਤੂੰ ਸਟਰੋਂਗ ਚਾਹੀਦਾ, ਤਾਂ ਤੇਰੇ ਤੇ ਨਿੰਦਿਆ ਦਾ ਅਸਰ ਨਹੀਂ ਹੋਏਗਾ। ਇਹ ਨਾ ਹੋਵੇ ਵੀ ਤੇਰੇ 'ਚ 3600 ਕਮੀਆਂ ਹੋਣ, ਤੂੰ ਕਹਿਣ ਕਹੀ ਜਾਓ ਮੈਨੂੰ ਜੋ ਕਹਿਣਾ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਕਦੋਂ ਨਹੀਂ ਪੈਂਦਾ? ਜਦੋਂ ਤੁਸੀਂ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਤੋਂ ਬਾਅਦ ਸਟਰੋਂਗ ਹੋ ਜਾਓਗੇ, ਤਗੜੇ ਹੋ ਜਾਓ। ਸਾਹਿਬਜ਼ਾਦੇ ਕਚਹਿਰੀ 'ਚ ਵਾਪਸ ਆ ਜਾਂਦੇ ਨੇ, ਠੰਡਾ ਬੁਰਜ ਹੈ, ਕੱਪੜਾ ਕੋਲ ਕੋਈ ਨਹੀਂ, ਤੇ ਸਾਹਿਬਜ਼ਾਦੇ ਆਰਾਮ ਨਾਲ ਆਣ ਕੇ ਸੌ ਜਾਂਦੇ ਨੇ। ਤੇ ਔਰੰਗਜ਼ੇਬ, ਵਜ਼ੀਰ ਖਾਂ ਕਿਉਂ ਨਹੀਂ ਸੌਂ ਪਾਉਂਦਾ ਭਲਾ ਉਹ? ਹਾਲਾਂਕਿ ਉਹ ਤੇ ਬਾਦਸ਼ਾਹ ਹੈ, ਤਾਂ ਕਿੰਨੀ ਪਾਵਰ ਹੈ ਉਹਦੇ ਕੋਲ। ਪਰ ਬਾਹਰ ਦੀ ਪਾਵਰ ਤੁਹਾਡੇ ਅੰਦਰ ਦੇ ਫੀਲ ਨੂੰ, ਅੰਦਰ ਦੇ ਉਸ ਅਹਿਸਾਸ ਨੂੰ ਪੈਦਾ ਨਹੀਂ ਕਰੇਗੀ। ਇਸ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਾ ਮਤਲਬ ਸਮਝਿਓ। ਗੁਰੂ ਦੇ ਦਰਸ਼ਨ ਦਾ ਮਤਲਬ ਹੈ ਗੁਰੂ ਸਾਹਿਬ ਜੀ ਨੂੰ ਜਾਣਨਾ, ਗੁਰੂ ਸਾਹਿਬ ਜੀ ਨੂੰ ਸਮਝਣਾ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਾਣੂ ਹੋਣਾ। ਤੇ ਜਦੋਂ ਤੁਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਾਣੂ ਹੋਵੋਗੇ, ਫਿਰ ਇਹ ਗੱਲ ਸਮਝ ਲੱਗ ਜਾਏਗੀ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਤਿੰਨ ਭਉ ਸਾਗਰ ਤਰਿਆ। ਉਹਨੇ ਡਰ ਵਾਲਾ ਸਾਗਰ ਤਰ ਲਿਆ। ਕੋਈ ਡਰ ਨਹੀਂ ਸਾਨੂੰ। ਅਸੀਂ ਡਰਦੇ ਹੀ ਉਦੋਂ ਆ। ਬਾਣੀ 'ਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਡਰੈ, ਬੋਲੋ ਗੱਜ ਕੇ, ਜੋ ਸੋ ਡਰੈ ਜੋ ਪਾਪ ਕਮਾਉਂਦਾ। ਡਰਦਾ ਕੌਣ ਹੁੰਦਾ? ਜਿਹੜਾ ਪਾਪ ਕਮਾਉਂਦਾ। ਤੇ ਜਿਹੜਾ ਧਰਮੀ ਬੰਦਾ ਉਹਨੂੰ ਕੋਈ ਡਰ ਨਹੀਂ ਹੁੰਦਾ। ਧਰਮੀ ਬਿਕਸੇਤ, ਧਰਮੀ ਤੇ ਖਿੜਿਆ ਖਿੜਿਆ ਜਿਹਾ ਰਹਿੰਦਾ, ਉਹਨੂੰ ਥੋੜੀ ਡਰ ਹੈ ਕੋਈ। ਜੇ ਪੰਜਾਬ ਦੇ ਲੋਕ, ਜੇ ਗੁਰੂ ਨਾਨਕ ਦੀ ਬਾਣੀ ਨੂੰ ਮੱਥਾ ਟੇਕਣ ਵਾਲੇ ਬੰਦੇ ਪਾਪੀ ਨਾ ਹੁੰਦੇ ਤਾਂ ਇਹਨਾਂ ਦੇ ਮਨ ਵਿੱਚ ਕਿਸੇ ਦੂਜੇ ਦਾ ਡਰ ਨਹੀਂ ਹੋਣਾ ਸੀ। ਜੇ ਅੱਜ ਅਸੀਂ ਡਰ ਰਹੇ ਹਾਂ ਤੇ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਾਡੇ 'ਚ ਘਾਟ ਹੈਗੀ ਹੈ, ਪ੍ਰੋਬਲਮ ਹੈਗੀ ਹੈ ਸਾਡੇ 'ਚ। ਭਾਵੇਂ ਪਰਿਵਾਰਕ ਲੈਵਲ ਤੇ ਹੋਵੇ, ਭਾਵੇਂ ਉਹ ਸਾਡੇ ਪੰਜਾਬ ਲੈਵਲ ਤੇ ਹੋਵੇ, ਭਾਵੇਂ ਉਹ ਜਥੇਬੰਦਕ ਲੈਵਲ ਤੇ ਹੋਵੇ, ਤੇ ਭਾਵੇਂ ਉਹ ਸਮਾਜ ਨਹੀਂ ਪੂਰੀ ਦੁਨੀਆ ਦੇ ਲੈਵਲ ਤੇ ਹੋਵੇ। ਜੇ ਅੱਜ ਬੰਦਾ ਬੰਦੇ ਤੋਂ ਡਰ ਰਿਹਾ, ਇਹਦਾ ਮਤਲਬ ਉਹਦੀ ਵੀਕਨੈਸ, ਕਿਤੇ ਨਾ ਕਿਤੇ ਉਹ ਵੀਕ ਹੈ ਬੰਦਾ। ਇੱਕ ਹੋਰ ਸੌਖੀ ਐਗਜ਼ਾਮਪਲ ਦਿੰਦਾ।
ਆਮ ਕਰਕੇ ਤੁਸੀਂ ਕਦੀ ਪੜ੍ਹੇ ਲਿਖੇ ਪਰਿਵਾਰਾਂ 'ਚ ਜਦੋਂ ਕੋਈ ਬੰਦਾ ਕਿਤੇ ਇੰਟਰਵਿਊ ਦੇਣ ਜਾਂਦਾ ਨਾ, ਪੜ੍ਹਿਆ ਲਿਖਿਆ ਬੱਚਾ, ਤੇ ਘਰ ਦੇ ਭਲਾ ਜਦੋਂ ਇੰਟਰਵਿਊ ਦੇਣ ਜਾ ਰਿਹਾ ਹੁੰਦਾ, ਉਹਦੀ ਮੰਨ ਲਓ 10 ਵਜੇ ਇੰਟਰਵਿਊ ਹੈ ਤੇ 9 ਵਜੇ ਉਹਨੇ ਘਰੋਂ ਤੁਰਨਾ ਹੈ, ਸਾਰਾ ਪਰਿਵਾਰ ਉਹਨੂੰ ਕੀ ਕਹਿ ਰਿਹਾ ਹੁੰਦਾ ਭਲਾ, ਕਾਹਦੀ ਤਿਆਰੀ ਕਰਾ ਰਿਹਾ ਹੁੰਦਾ ਉਹਨੂੰ? ਇਹ ਨਹੀਂ ਦੱਸ ਰਹੇ ਹੁੰਦੇ ਵੀ ਤੈਨੂੰ ਸਵਾਲ ਕਿਹੜੇ ਪੁੱਛਣੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਕੀ ਨੇ। ਪਤਾ ਕੀ ਕਹਿ ਰਹੇ ਹੁੰਦੇ ਨੇ? ਡਰੀ ਨਾ, ਘਬਰਾਈ ਨਾ, ਕਿਉਂਕਿ ਤੇਰੇ ਡਰ ਨੇ ਤੈਨੂੰ ਭੁਲਾ ਦੇਣਾ। ਜਿਹੜਾ ਡਰ ਬਹਿ ਗਿਆ ਨਾ ਤੇਰੇ ਦਿਮਾਗ ਅੰਦਰ, ਜਿਹੜਾ ਡਰ ਬੈਠ ਗਿਆ, ਉਹਨੇ ਚੰਗੇ ਭਲੇ ਨੂੰ, ਰਾਈਟ ਬੰਦੇ ਨੂੰ ਵੀ ਰੌਂਗ ਕਰ ਦੇਣਾ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪਤਾ ਸੀ ਵੀ ਜੇ ਬੰਦੇ ਡਰ ਗਏ ਨਾ, ਇਹ ਗਲਤ ਫੈਸਲੇ ਵੀ ਲੈਣਗੇ, ਗਲਤ ਡਿਸੀਜਨ ਵੀ ਲੈਣਗੇ, ਗਲਤ ਬੰਦਿਆਂ ਦੀ ਸਪੋਰਟ ਵਿੱਚ ਵੀ ਆਉਣਗੇ ਤੇ ਗਲਤ ਤਰ੍ਹਾਂ ਦੇ ਫੈਸਲਿਆਂ ਨਾਲ ਸਹਿਮਤ ਵੀ ਹੋਣਗੇ। ਤੇ ਜੇ ਬੰਦੇ ਡਰੇ ਨਾ ਹੋਏ ਅੰਦਰੋਂ, ਫਿਰ ਇਹ ਨੀਹਾਂ ਵਿੱਚ ਖਲੋਣ ਲੱਗੇ ਵੀ ਫੈਸਲਾ ਠੀਕ ਹੀ ਕਰਨਗੇ। ਫੈਸਲੇ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਡਰੇ ਬੰਦੇ ਫੈਸਲਾ ਨਹੀਂ ਠੀਕ ਲੈ ਸਕਦੇ। ਅੱਛਾ, ਹੁਣ ਗੱਲ ਚੱਲੀ ਡਰ ਦੀ, ਤੇ ਡਰ ਇੱਕ ਤਰ੍ਹਾਂ ਦਾ ਨਹੀਂ ਹੁੰਦਾ, ਡਰ ਬੜੀ ਤਰ੍ਹਾਂ ਦੇ ਹੁੰਦੇ ਨੇ। ਅਸੀਂ ਘਰ ਵਿੱਚ ਨਾ ਕਈ ਕੰਮ ਕਰਦੇ ਆ, ਪਰ ਅਸੀਂ ਸਾਰੇ ਪਰਿਵਾਰ ਨੂੰ ਨਹੀਂ ਦੱਸਦੇ। ਕਰਦੇ ਆ ਨਾ ਕਈ ਵਾਰ ਅਸੀਂ ਕੋਈ ਕੰਮ ਨਵਾਂ ਕਰਦੇ ਆ ਜਾਂ ਕੋਈ ਕੰਮ ਸਾਰੇ ਪਰਿਵਾਰ ਨੂੰ ਨਹੀਂ ਦੱਸਦੇ। ਕਿਉਂ ਭਲਾ? ਸਾਨੂੰ ਇਹ ਡਰ ਹੁੰਦਾ ਵੀ ਪਤਾ ਨਹੀਂ ਸਾਰਾ ਪਰਿਵਾਰ ਸਹਿਮਤ ਹੋਊਗਾ ਕਿ ਨਹੀਂ ਹੋਊਗਾ। ਅੱਛਾ, ਫੈਸਲਾ ਤੁਸੀਂ ਲੈ ਲੈਣਾ ਆਪਣੀ ਮਰਜ਼ੀ ਨਾਲ, ਪਰਿਵਾਰ ਨੂੰ ਦੱਸਣਾ ਨਹੀਂ, ਪਰ ਪਤਾ ਤੇ ਇੱਕ ਦਿਨ ਲੱਗਣਾ ਹੀ ਹੈ ਨਾ ਵੀ ਤੁਸੀਂ ਕੋਈ ਫੈਸਲਾ ਕੀਤਾ ਹੈ। ਤੇ ਜਿੱਦਣ ਪਰਿਵਾਰ ਨੂੰ ਪਤਾ ਲੱਗਣਾ ਹੈ, ਉਸ ਦਿਨ ਸਾਰਾ ਪਰਿਵਾਰ ਤੁਹਾਨੂੰ ਇਹ ਕਹੂਗਾ ਵੀ ਐਡਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ। ਤੇ ਪਤਾ ਫਿਰ ਜਵਾਬ ਕੀ ਹੋਏਗਾ? ਮੈਨੂੰ ਡਰ ਸੀ ਵੀ ਤੁਸੀਂ ਸਾਰਿਆਂ ਨੇ ਮੰਨਣਾ ਨਹੀਂ। ਐਂ ਆ ਨਾ ਵੀ ਸਾਨੂੰ ਐਂ ਲੱਗਦਾ ਸੀ ਵੀ ਤੁਸੀਂ ਮੰਨਣਾ ਨਹੀਂ। ਉਹ ਫਿਰ ਸਾਰਾ ਟੱਬਰ ਕਹਿੰਦਾ ਮੰਨਦੇ ਤੇ ਅਸੀਂ ਫਿਰ ਹੁਣ ਵੀ ਨਹੀਂ, ਕੱਲਾ ਕਰ ਜੋ ਕਰਨਾ। ਕੱਲਾ ਪੈ ਗਿਆ ਨਾ ਬੰਦਾ। ਹੁਣ ਜਿੰਨਾ ਚਿਰ ਤੱਕ ਨਹੀਂ ਪਤਾ ਸੀ ਵੀ ਮੈਂ ਦੱਸਿਆ ਨਹੀਂ, ਉਹਨਾਂ ਚਿਰ ਤੱਕ ਤਾਂ ਫਿਰ ਵੀ ਫਾਈਟ ਕਰੀ ਜਾਏਗਾ ਬੰਦਾ ਵੀ ਕੋਈ ਗੱਲ ਨਹੀਂ, ਲਾ ਲਾਂਗੇ ਕਿਸੇ ਬੰਨੇ ਗੱਲ, ਜ਼ੋਰ ਲਾਵਾਂਗੇ, ਹੋ ਜਾਏਗੀ ਗੱਲ। ਪਰ ਜਿੱਦਣ ਟੱਬਰ ਨੇ ਕਹਿਤਾ ਨਾ ਵੀ ਜੇ ਉਦੋਂ ਨਹੀਂ ਨਾ ਦੱਸਿਆ ਤੇ ਦੱਸਣਾ ਦਾ ਫਾਇਦਾ ਹੁਣ ਵੀ ਕੋਈ ਨਹੀਂ, ਤੇ ਯਾਦ ਰੱਖੀ ਜੇ ਫੇਲ ਹੋਇਆ ਨਾ ਇਸ ਫੈਸਲੇ ਵਿੱਚ ਤੇ ਅਸੀਂ ਤੇਰੇ ਨਾਲ ਨਹੀਂ ਹੋਣਾ, ਉਦਣ ਫੇਲ ਹੋਏਗਾ ਬੰਦਾ। ਕਿਉਂਕਿ ਇਦਾਂ ਨਹੀਂ ਮਰਦਾ ਹੁੰਦਾ ਬੰਦਾ, ਉਹਦੇ ਫੈਸਲੇ। ਇਸ ਕਰਕੇ ਬਾਬੇ ਦੀ ਬਾਣੀ ਨੇ ਨਾ ਬੜੀ ਪਿਆਰੀਆਂ ਬਾਤਾਂ, ਬੜੀਆਂ ਪਿਆਰੀਆਂ। ਤਾਂ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਤਾਂ ਦੀਦਾਰ ਹੀ ਨਹੀਂ ਕਰ ਸਕੇ, ਵੇਖ ਹੀ ਨਹੀਂ ਨਾ ਸਕੇ। ਅਸੀਂ ਰੁਮਾਲਾ ਵੇਖ ਕੇ ਮੁੜਦੇ ਰਹੇ। ਗੁਰੂ ਸਾਹਿਬ ਜੀ ਕਹਿੰਦੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸੈਂਕੜਿਆਂ ਨਾਲ ਗੱਲ ਕਰ ਲਈਦੀ ਹੈ, ਇਕੱਲੇ ਨਹੀਂ ਕੋਈ ਫੈਸਲੇ ਲਈਦੇ। ਪਰਿਵਾਰ ਨਾਲ, ਆਲੇ ਦੁਆਲੇ ਨਾਲ, ਆਪਣੇ ਸਾਥੀਆਂ ਨਾਲ ਰਹਿ ਕਰੀਦੀ ਹੈ। ਉਹਦਾ ਫਾਇਦਾ ਕੀ ਹੁੰਦਾ ਹੈ? ਮੰਨ ਲਓ ਤੁਸੀਂ ਪਰਿਵਾਰ ਨਾਲ ਸਲਾਹ ਕਰਕੇ ਕੋਈ ਫੈਸਲਾ ਲਓ, ਫਿਰ ਉਹ ਫੈਸਲਾ ਤੁਹਾਡਾ ਇਕੱਲਿਆਂ ਦਾ ਨਹੀਂ ਰਹਿ ਜਾਣਾ, ਫਿਰ ਫੈਸਲਾ ਸਾਰੇ ਪਰਿਵਾਰ ਦਾ ਹੋਣਾ। ਤੇ ਉਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਫਿਰ ਯਤਨ ਵੀ ਸਾਰਾ ਪਰਿਵਾਰ ਕਰੂਗਾ। ਤੇ ਜਿੱਦਣ ਸਾਰਾ ਪਰਿਵਾਰ ਤੁਰ ਪਿਆ ਨਾਲ, ਫਿਰ ਫੈਸਲਾ ਭਾਵੇਂ ਜਿੱਡਾ ਮਰਜ਼ੀ ਔਖਾ ਹੋਵੇ, ਜਿਹੋ ਜਿਹਾ ਮਰਜ਼ੀ ਡਿਸੀਜਨ ਲੈ ਲਿਓ, ਫਿਰ ਉਹ ਫੈਸਲੇ ਨੇ ਤੁਹਾਨੂੰ ਅਖੀਰ ਲਈ ਉਸ ਮੰਜ਼ਿਲ ਤੇ ਲੈ ਹੀ ਜਾਣਾ ਹੁੰਦਾ। ਇਦਾਂ ਹੀ ਸਾਡੇ ਗੁਰੂ ਸਾਹਿਬਾਨ ਨੇ ਕੀ ਕੀਤਾ? ਸਾਡੇ ਗੁਰੂ ਸਾਹਿਬਾਨ ਨੇ ਫੈਸਲੇ ਲੈਣ ਵਾਸਤੇ ਸਾਰੇ ਬੰਦਿਆਂ ਨੂੰ, ਕਬੀਰ ਜੀ ਨੂੰ ਲਾਗੇ ਬਿਠਾ ਲਿਆ, ਨਾਮਦੇਵ ਜੀ ਨੂੰ ਲਾਗੇ ਬਿਠਾ ਲਿਆ, ਤ੍ਰਿਲੋਚਨ ਜੀ ਨੂੰ ਲਾਗੇ ਬਿਠਾ ਲਿਆ, ਭਗਤ ਜੈਦੇਵ ਜੀ ਨੂੰ ਲਾਗੇ ਬਿਠਾ ਲਿਆ, ਭਗਤ ਨਾਮਦੇਵ ਜੀ ਨੂੰ ਲਾਗੇ ਬਿਠਾ ਲਿਆ। ਹੁਣ ਜਦੋਂ ਸਾਰੇ ਬੰਦੇ ਏਦਾਂ 11 ਭੱਟ ਨਾਲ ਬਿਠਾ ਲਏ, 3 ਗੁਰਸਿੱਖ ਨਾਲ ਬਿਠਾ ਲਏ, ਫਿਰ ਫੈਸਲੇ ਲਏ ਮਹਾਰਾਜ ਨੇ। ਤੇ ਬਾਬੇ ਕਬੀਰ ਨੇ ਫਿਰ ਕਿਹਾ, ਬਾਬਾ ਨਾਨਕਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਆ ਲੋ ਮੈਂ ਵੀ ਮੋਹਰ ਲਾਉਣਾ ਇਹਦੇ ਤੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਨਾਮਦੇਵ ਜੀ ਕਹਿੰਦੇ ਮੈਂ ਵੀ ਸਹਿਮਤ ਹਾਂ ਨਾਲ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਹੁਣ ਟੀਮ ਦਾ ਫੈਸਲਾ ਹੋ ਗਿਆ ਨਾ। ਫਿਰ
ਤੇ ਹੁਣ ਜਿਹੜੇ ਬੰਦੇ ਇਹ ਕਹਿੰਦੇ ਸਨ ਵੀ ਬਾਬੇ ਨਾਨਕ ਨੇ ਤਾਂ ਕਿਸੇ ਖਾਸ ਬੰਦਿਆਂ ਨੂੰ ਮਾਣ ਦੇਣਾ ਹੈ, ਬਾਬੇ ਨਾਨਕ ਨੇ ਜਿਹੜਾ ਐਲੀਗੇਸ਼ਨ ਬਾਬੇ ਤੇ ਲੱਗਣਾ ਸੀ ਉਹ ਐਲੀਗੇਸ਼ਨ ਇਸ ਕਰਕੇ ਨਹੀਂ ਲੱਗਾ ਕਿਉਂਕਿ ਨਾਮਦੇਵ ਜੀ ਨਾਲ ਬੈਠੇ ਨੇ, ਕਬੀਰ ਜੀ ਨਾਲ ਬੈਠੇ ਨੇ। ਤੇ ਫਿਰ ਜਦੋਂ ਕਹਿੰਦੇ ਨੇ ਬਾਬਾ ਪਾਵਰਫੁਲ ਹੈ, ਇਹ ਮਰਜ਼ੀ ਦੇ ਫੈਸਲੇ ਕਰ ਸਕਦਾ ਹੈ, ਫਿਰ ਵਿੱਚ ਬੈਠਿਆਂ ਨੇ ਕਿਹਾ ਨਹੀਂ ਕੱਲਾ ਬਾਬਾ ਨਹੀਂ ਫੈਸਲੇ ਕਰ ਸਕਦਾ, ਭਗਤ ਕਬੀਰ ਜੀ ਵੀ ਤੇ ਉਹੀ ਕਹਿ ਰਹੇ ਨੇ, ਨਾਮਦੇਵ ਜੀ ਤੇ ਉਹੀ ਕਹਿ ਰਹੇ ਨੇ। ਫਿਰ ਕਈਆਂ ਨੇ ਏਦਾਂ ਸੋਚਿਆ ਹੋਣਾ ਠੀਕ ਹੈ ਨਾਮਦੇਵ ਜੀ ਨੇ ਕਹਿਤਾ, ਕਬੀਰ ਜੀ ਨੇ ਕਹਿਤਾ, ਪਰ ਬੜੇ ਬੰਦੇ ਨੇ ਇੱਥੇ ਬਹੁਤ ਪਿਛੜਾ ਵਰਗ ਹੈ, ਉਹਨਾਂ ਤੋਂ ਕਿਸੇ ਨੇ ਪੁੱਛਿਆ, ਬਾਬੇ ਨਾਨਕ ਜੀ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਤੂੰ ਵੀ ਬੈਠ ਮੇਰੇ ਨਾਲ, ਤੇ ਭਗਤ ਰਵਿਦਾਸ ਜੀ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਲਾਗੇ ਬਹਿ ਕੇ ਉਸ ਯੋਧੇ ਨੇ ਵੀ ਫੈਸਲਾ ਇਹੀ ਕੀਤਾ, ਉਸ ਮਰਦ ਅਗੰਬੜੇ ਨੇ ਵੀ ਕਿਹਾ बेगमपुरा शहर को नाओ दुख अंदो नहीं ते ठाओ, ना तस्वीस खिराज न माल खौफ न खता न तरस जवाल, अब मोह खूब वतन गह पाई उहाँ खैर सदा मेरे पाई। हुण इन्हां 35 महापुरुषां दे फैसले ने उस वेले दे भारत दी तस्वीर बदलती, क्योंकि इन्हां ने असल विच अकाल पुरख वाहिगुरू दे दीदार कर लए। मेरे सतगुरु गुरु नानक साहब पातशाह जी ने उस दिन संकल्प लै लिया भी जे दुनिया के अंदर एक इस तरह का फलसफा सिरजना है जिथे घट्टो घट ना जात दी, ना बिरादरी दी, ना वड्डे दी, ना छोटे दी, ना वध पढ़े दी, ना घट पढ़े दी, जां किसी रंग दी जां नस्ल दी गल ना होवे, ਉਹਦੇ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ, ਮੈਂ ਬੜਿਆਂ ਥਾਵਾਂ ਤੇ ਬੇਨਤੀ ਕਰਦਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾ ਸਾਨੂੰ ਐ ਲੱਗਦਾ ਅਜੇ ਤੱਕ ਇਦਾਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੇ ਕੇ ਗਏ ਨੇ ਵਿਆਹਾਂ ਵਾਸਤੇ ਅਖੰਡ ਪਾਠ ਕਰਾਉਣ ਲਈ, ਮਰਗ ਤੇ ਭੋਗ ਪਾਉਣ ਲਈ, ਤੇ ਜੇ ਕਿਤੇ ਬਹੁਤੀ ਗੱਲ ਹੋਵੇ ਤਾਂ ਸਾਲ 'ਚ ਇੱਕ ਅੱਧੀ ਵਾਰ ਮਹਾਰਾਜ ਦਾ ਸਰੂਪ ਗੱਡੀ 'ਚ ਸਜਾ ਕੇ ਤੇ ਪਿੰਡ ਤੇ ਸ਼ਹਿਰ ਦਾ ਗੇੜਾ ਦਵਾਉਣ ਲਈ। ਜਿਵੇਂ ਰੌਂਗ ਹੋਵਾਂ ਤਾਂ ਤੁਸੀਂ ਕਹਿ ਸਕਦੇ ਹੋ ਵੀ ਇਹ ਤਾਂ ਗੱਲ ਠੀਕ ਨਹੀਂ ਹੈ ਭਾਈ ਸਾਹਿਬ, ਇਦਾਂ ਥੋੜ੍ਹੀ ਹੈ। जिन्ने बंदे सतगुरु जी का सरूप गड्डी जां ट्राली च सजा के ਉਹਦੇ मगर मगर तुर रहे होंदे ने, नगर कीर्तन जिन्हों असीं कहने आ कि वो सारे गुरु की गल मन रहे होंदे ने ना, बिल्कुल नहीं मन रहे होंदे। उन्हां नूं ऐ लगदा आ जिहड़ा काम आपां कर लिया ना, गुरु साहब दीयां खुशियां सारियां आपां ले लियां, बस हुण नहीं कुछ भी करन दी लोड़। हुण की लोड़ है, सारी खुशी ते आपां ले लई, ठीक है लै लई खुशी, तुसीं एक चंगा कर्म कीता है, पर इहदे गुरु साहब जी तां इहदे तो अगली गल करदे ने तेरे नाल भी इदां की हो जाएगा। तेरे नाल ते जिहड़ी सच्चे पातशाह जी गल करनी चाहुंदे सी भी तैनूं गुरु दे दीदार कराउणे ने, अकाल पुरख वाहिगुरू विखाउणा है। अजे तक सिखां 'च बहुत डिस्कशन, बहुत वाद विवाद इन्हां गल्लां ते भी होई जांदे ने, रब किवें वेखिया जा सकदा है, हद हो गई है। 350 साल गुरु साहब जी दा मना लिया, 450 साल मना लिया, 500 साल मना लिया, 550 साल मना लिया, तो कौम अजे यही लड़ रही है भी अकाल पुरख वाहिगुरू दे दीदार किवें होणगे। जिदण गुरु दे दीदार होणगे उदण ही अकाल पुरख वाहिगुरू दे दीदार होणगे। गुरु साहब जी दे दीदार की गल आपां कर रहे हैं, तो गुरु साहब जी दे दीदार होने आ, ये नेत्रो मेरेओ हर तुम मैं जोत धरी। गुरु साहब जी ने कहना तेरे च जिहड़ी जोत है ना वेखिया, ये मैं दिती है, ते पता काहदे लई दिती है, नाल ये भी दसना महाराज ने, हर तुम मैं जोत धरी, ते नाल की कहा हर बिन, बोलो गज के हर बिन, पर ये तो मन्नी नहीं आपां तो कहने ये मेरा पुत्त, आ साडा घर, आ साडी बिरादरी, आ साडा तबका, आ साडे आले, आ उन्हां आले, ते गुरु साहब कहंदे सारियां च ओह वेखणा तूं। सिखा कित्थे उलझ गया तू फिर। अच्छा ये भी छड्डो, हो सकदा ये भी गल तुहानूं अजे जां ना समझ आवे जां औखी लगदी होवे, ये भी छड्डो कि सारे सिखां नूं सिखां विच गुरु दिसदा है। बाकी आपां बाद च करांगे। अजे दूजी गल हो सकदा औखी लगे भी सानूं हिंदू च भी दिसे, सानूं मुसलमान च भी दिसे, सानूं जैनी च भी दिसे, सानूं बोधी च भी दिसे, सानूं गोरे च भी दिसे, सानूं काले च भी दिसे। ये वड्डा चैप्टर हो सकदा है, वड्डा लैसन हो सकदा है, आपां शायद अज दी क्लास ना समझ सकीए,
पर इन्ना कुछ तां समझिए ना भी सारे सिखां 'ਚ ते गुरु हैगा। तो फिर गुरुद्वारिਆਂ 'ਚ गुरुद्वारे इकट्ठे होने वाले सिख सिख ਦੀਆਂ पग्गां क्यों ला रहे हैं? उन्होंने तो पग 'ਚ भी कलगियां वाला नहीं दिस रहा। हालांकि ये गल मेरे वर्गे बंदे वास्ते करनी बहुत औखी है। क्योंकि मैं अजे सिख धर्म का प्रीचर होने के नाते मेरी ड्यूटी ये बनी है भी मैं सिख दे दस्तार सजाउण की गल करा, पर सजाउण की गल दे नाल नाल जिन्हां दीयां सजियां ने जे वो संभाल नहीं पा रहे तो फिर सजाउण की किवें करांगे? सिख सिख दा वैरी किवें हो गया? बाणी च तो तुसीं ये पढ़दे हो, सबको मीत हम सबना के। कश्मीरी पंडित दुखी सन, आनंदपुर की धरती तो सतगुरु गरीब निवास सच्चे पातशाह जी चल पे। तो मैं दावे नाल कहना अज एक जथेबंदी के सिंह तड़फ रहे होण, दूजा लागों लंघ के कह गए, इहो ही होना चाहिए सी इन्हां नाल। फिर केड़ा धर्म है वो, जां किहने सिखाया ये धर्म? दातार सच्चे पातशाह जी दे नाल आनंदपुर की धरती ते बाहरों लखां दी फौज इकट्ठी होकर महाराज सच्चे पातशाह जी दे सीधा हमला कर दी है। बड़े सिख उस वेले शहादत का जाम पींदे ने, पर जदों मोढे ते मसक पा के भाई कन्हैया तुरदा है, वो पानी पाउण लग्या है थोड़ी वेंदा भी ये तीर चलाउण वाले असीं खाण वाले असीं। ये तो चीज़ां वेखणियां पैणगीਆਂ ना सानूं, और ये सिर्फ ते सिर्फ गुरु साहब जी के दर्शनां चों लभ सकदियां ने। रमाला वेख के मुड़न वाले सिर्फ गुरुद्वारे मत्था टेकण तो बाद ये वेखण वाले भी प्रसाद वाला कित्थे बैठा है, तैनूं गुरु दे दीदार नहीं होने। तू बिल्डिंग वेख के मुड़ सकदा है, तू गुरुद्वारे की बनतर वेख के मुड़ सकदा है, तू कोई चीज़ खाण वाली लैके मुड़ सकदा है, पर जिहड़ी तेरी सुरत नूं तब्दील कर दे, जिहड़ा तेरा माइंड चेंज कर दे, जिहड़ा तेरा सुभाव बदल दे, जिहड़ा तेरे नेचर नूं चेंज कर दे। हुक्मनामा याद करियो किड्डा प्यारा महाराज सच्चे पातशाह जी कहंदे, ऐसो गुण मेरो प्रभ जी कीन। गुण का अर्थ हुंदा है जिवें आम आपां शब्द वरदे हैं कई बार भी साडे ते फलाने बंदे ने बड़ा गुण कीता है, मेरे काम आया है। गुरु अर्जन साहब पास शब्द वेखियो, बाणी नूं पढ़िया ध्यान नाल करो। ऐसो गुण मेरो प्रभ जी कीन, एक गुण मेरे ते मेरे प्रभु ने कीता। गुरु अर्जन साहब जी ते कीता कि साडे ते भी कीता? उच्ची बोल के दस्सिओ मैनूं, गुरु अर्जन साहब ते कीता कि साडे ते भी? साडे ते भी। पर आपां पता की कह रहे हैं? गुरु अर्जन साहब पातशाह जी ते कीता। अर्थ ही हो रहे ने ये, गुरु अर्जन साहब जी कहते आ मेरे ते गुण करता। गुरु साहब जी ते कह गए बस, इसलिए थोड़ी लिख गए भी सिखो याद रखियो, वेखो मेरे ते रब ने किड्डी किरपा की है। ये तो सानू दे के जान लगे भी चेते रखियो, जे तुसी गुरु दे बन के रहोगे तो गुरु तुहाडे ते हमेशा किरपा करेगा। किहड़ी किरपा करेगा? किहड़ा गुण तुहाडे ते गुरु साहब जी करनगे? हुण गल फिर इत्थे लंबी होएगी क्योंकि समा नहीं मेरे कोल। गुरु साहब जी दे गुण असी दुनियावी चीज़ां नाल जोड़ जोड़ के वेखण लग पए आ। अज 90% धर्म स्थानां नाल जुड़िया बंदा दुनियावी सहूलतां नूं गुरु की किरपा कह रहा। 90% बंदे दुनियावी सुख नूं गुरु की किरपा कह रहा। ਤਾਂ ही फिर इत्थे किरपा वंडण वाले होंदे ने ना, कदी कोई बाबा समोसियां तो किरपा वंडदा है, कदी चटनियां तो वंडदा है। उन्होंने पता भी लोग इदां दे ने। किसी भी मार्केट विच वो दुकान कदे नहीं खुलदी जिहदे गाहक ना होण, ये हो ही नहीं सकता। सब्जी वाला रोज़ अपनी गली च सब्जी लैके क्यों आउंदा है? क्योंकि आपां सब्जी खरीदते हैं। तुसीं 2 दिन सब्जी ना खरीदो, तीजे दिन तुहाडी गली च सब्जी वेचण नहीं आउणा अगले ने। तो 4 बंदियां नूं होर भी कह दिंदा है कि भरा जे सब्जी लैके जाना होया ना, वो फलानी गली च ना जाओ, उत्थे नहीं कोई भी खरीददा सब्जी, वो आप लै आउंदे ने मंडियों जाके। तो सिर्फ 10-15 मिनट तुसीं टाइम बर्बाद करके आउणा है, तुहाडी सब्जी किसी ने खरीदनी नहीं, गला सुका लेना है। तुसीं संग पाड़ पाड़ के भी सब्जी लै लो, तुहाडे टिंडे नहीं खरीदने, तुहाडे आलू गंढे नहीं खरीदने उत्थे किसी ने। ते जे अज मार्केट विच इस तरह के व्यापारी फिर रहे ने, और हैरानगी उदों हुंदी है जदों वैल एजुकेटेड जज बंदा जाके कह रहा भी मेरे ते किरपा किवें होएगी। हुण किड्डी अजीब गल है, जज तो वध पढ़ाई की हो सकती है भला?
ਅਸੀਂ ਇਹ ਦਵਾਈਆਂ ਦੇਈ ਜਾਂਦੇ ਹਾਂ ਵੀ ਲੋਕ ਐਜੂਕੇਸ਼ਨ ਨਾਲ ਸਿਆਣੇ ਹੋ ਜਾਣਗੇ। ਚੰਗੀ ਗੱਲ ਹੈ, ਐਜੂਕੇਸ਼ਨ ਬਹੁਤ ਚੰਗੀ ਗੱਲ ਹੁੰਦੀ। ਮੈਂ ਪਿਛਲੇ ਦਿਨੀ ਵੀ ਕਿਹਾ ਸੀ ਤੁਹਾਨੂੰ, ਜਦੋਂ ਆਪਾਂ ਦੀਵਾਨ ਉਹਨਾਂ ਦਿਨਾਂ 'ਚ ਹਾਜ਼ਰੀ ਭਰ ਰਹੇ ਸੀ, ਵੀ ਐਜੂਕੇਸ਼ਨ ਬਹੁਤ ਚੰਗੀ ਚੀਜ਼ ਹੈ, ਪਰ ਐਜੂਕੇਸ਼ਨ ਸਿਰਫ ਕੁਛ ਨਹੀਂ ਸਵਾਰਦੀ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਧਰਮ ਤੇ ਈਮਾਨ ਨਹੀਂ ਲਿਆਉਂਦੇ। ਧਰਮ ਦਾ ਮਤਲਬ ਹੀ ਇਹ ਹੁੰਦਾ ਹੈ ਅਸਲ ਵਿੱਚ, ਐਜੂਕੇਸ਼ਨ ਨਾਲ ਨਹੀਂ ਬਦਲਣਾ। ਨਹੀਂ ਤੇ ਜੱਜ ਨੇ ਕਦੀ ਨਹੀਂ ਸੀ ਕਹਿਣਾ ਇੱਦਾਂ ਝੋਲੀ ਅੱਡ ਕੇ ਵੀ ਮੇਰੇ ਘਰ ਕਿਰਪਾ ਕਿੱਦਾਂ ਆਏਗੀ। ਵਕੀਲ ਨੇ ਥੋੜ੍ਹੀ ਕਹਿਣਾ ਸੀ, ਡਾਕਟਰ ਕਿਉਂ ਕਹੇਗਾ ਜਾ ਕੇ? ਕਿਉਂਕਿ ਹੁਣ ਉਹਦੇ ਤੋਂ ਵੱਧ ਮੈਨੂੰ ਨਹੀਂ ਲੱਗਦਾ ਵੀ ਜੱਜ ਤੋਂ ਵੱਧ ਪੜ੍ਹਾਈ ਕਰਨ ਦੀ ਲੋੜ। ਜਿਹੜਾ ਬੰਦਾ ਦੂਜਿਆਂ ਲਈ ਨੂੰ ਜੱਜਮੈਂਟ ਦਿੰਦਾ ਹੈ, ਜਿਹੜਾ ਦੂਜਿਆਂ ਨੂੰ ਜੱਜ ਕਰ ਰਿਹਾ ਹੈ, ਉਹ ਆਪਣੀ ਕਿਰਪਾ ਵਾਸਤੇ ਕਿਸੇ ਹੋਰ ਦੇ ਤਰਲੇ ਲੈ ਰਿਹਾ ਹੋਵੇ ਤੇ ਅੰਦਾਜ਼ਾ ਲਾ ਲਓ ਉਹਦੀ ਜੱਜਮੈਂਟ ਵੀ ਕਿੰਨੀ ਕੁ ਕਮਾਲ ਦੀ ਉਹਦੇ ਫੈਸਲੇ ਕਿੰਨੇ ਕੁ ਵਧੀਆ ਹੋਣਗੇ। ਸਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਕੀ ਗੁਣ ਕੀਤਾ ਮੇਰੇ ਤੇ? ਇਹ ਨਹੀਂ ਵੀ ਮੈਨੂੰ ਘਰ ਦੇ ਦਿੱਤਾ, ਮੈਨੂੰ ਕੋਠੀ ਦੇ ਦਿੱਤੀ, ਮੈਨੂੰ ਸਹੂਲਤਾਂ ਦੇ ਦਿੱਤੀਆਂ, ਇਹ ਨਹੀਂ ਕਿਹਾ। ਮਹਾਰਾਜ ਫਿਰ ਕਿਰਪਾ ਕੀ ਕੀਤੀ ਹੈ? ਪੰਚ ਦੋਖ, ਵਾਹ ਵਾਹ ਬੋਲਿਓ, ਪੰਚ ਦੋਖ ਔਰ ਅਹੰਗ ਰੋਗ। ਪੰਜ ਦੁੱਖ ਕਿਹੜੇ ਕਿਹੜੇ? ਇਹ ਵੀ ਬਾਣੀ 'ਚ ਵਿਆਖਿਆ ਭਗਤ ਰਵਿਦਾਸ ਨਾਮ ਦੇ, ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ। ਦੁੱਖਾਂ ਦੀ ਵਿਆਖਿਆ ਭਗਤ ਰਵਿਦਾਸ ਜੀ ਨੇ ਕੀਤੀ। ਕਹਿੰਦੇ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਪੰਜ ਨਾਂ ਲਏ ਵੇ, ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ। ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ, ਭ੍ਰਿੰਗ ਕਹਿੰਦੇ ਨੇ ਭੌਰੇ ਨੂੰ, ਪਤੰਗ ਕਹਿੰਦੇ ਨੇ ਪਤੰਗੇ ਨੂੰ, ਕੁੰਚਰ ਕਹਿੰਦੇ ਨੇ ਹਾਥੀ ਨੂੰ। ਪੰਜ ਨਾਂ ਹੋ ਗਏ। ਹੁਣ ਇਹਨਾਂ ਪੰਜਾਂ 'ਚ ਇੱਕ ਇੱਕ ਪ੍ਰੋਬਲਮ ਹੈ। ਇਹਨਾਂ ਪੰਜਾਂ ਵਿੱਚ ਪੰਜ ਪ੍ਰੋਬਲਮਾਂ ਅਲੱਗ ਅਲੱਗ ਨੇ। ਜਿਹੜੀ ਇੱਕ ਵਿੱਚ ਹੈ ਉਹ ਦੂਜੇ 'ਚ ਨਹੀਂ ਹੈ। ਜਿਹੜਾ ਮ੍ਰਿਗ ਹੈ ਨਾ, ਮ੍ਰਿਗ ਹਿਰਨ, ਇਹਦੀ ਪ੍ਰੋਬਲਮ ਹੈ ਵੀ ਇਹ ਸੁਣ ਕੇ, ਜਿਹੜੇ ਤੁਹਾਡੇ 'ਚ ਬਜ਼ੁਰਗ ਬੈਠੇ ਨੇ, ਤੁਸੀਂ ਕਿਤਾਬਾਂ ਪੜ੍ਹਦੇ ਹੋ ਨਾ, ਪੁਰਾਣੇ ਸਮੇਂ 'ਚ ਹਿਰਨ ਨੂੰ ਕਿਵੇਂ ਫੜਿਆ ਜਾਂਦਾ ਸੀ? ਕੰਡੇ ਹੇੜੇ ਦੀ ਆਵਾਜ਼ ਨਾਲ। ਉਹ ਧੁਨ ਦਿੰਦੇ ਸੀ ਕੰਡੇ ਹੇੜੇ ਦੀ, ਤੇ ਹਿਰਨ ਭੱਜਿਆ ਜਾਂਦਾ ਸੀ ਆਵਾਜ਼ ਸੁਣ ਕੇ, ਤੇ ਉਹ ਜਾਲ ਵਿੱਚ ਫਸ ਜਾਂਦਾ ਸੀ। ਇੱਕ ਔਗਣ ਹੈ ਇਹਦੇ 'ਚ। ਮੀਨ ਮੱਛੀ 'ਚ ਜ਼ਬਾਨ ਦਾ ਔਗਣ। ਮੱਛੀ ਨੂੰ ਦੁਨੀਆ ਦੀ ਕੋਈ ਤਾਕਤ ਫੜ ਨਹੀਂ ਸਕਦੀ, ਭਾਵੇਂ ਅਮਰੀਕਾ ਹੋਵੇ ਤੇ ਭਾਵੇਂ ਇੰਡੀਆ ਹੋਵੇ, ਭਾਵੇਂ ਵਰਲਡ ਦੀ ਕੋਈ ਪਾਵਰ ਹੋਵੇ। ਮੱਛੀ ਨੂੰ ਦੁਨੀਆ ਦੀ ਕੋਈ ਤਾਕਤ ਗੁਲਾਮ ਨਹੀਂ ਬਣਾ ਸਕਦੀ ਜੇ ਉਹਦੀ ਜ਼ਬਾਨ ਦਾ ਚਸਕਾ ਨਾ ਮਾੜਾ ਹੋਵੇ। ਮੱਛੀ ਜਦੋਂ ਫੜੀ ਜਾਏਗੀ ਨਾ, ਉਹ ਫੜੀ ਉਦੋਂ ਜਾਏਗੀ ਜਦੋਂ ਉਹਨੂੰ ਚਸਕਾ ਪਏਗਾ। ਜਾਲ ਲਾਉਣ ਵਾਲਾ ਬੰਦਾ ਜਾਲ ਵਿਖਾਉਂਦਾ, ਉਹਨੂੰ ਐਂ ਲੱਗਦਾ ਜਿਵੇਂ ਖਾਣ ਵਾਲੀ ਕੋਈ ਚੀਜ਼ ਹੈ, ਉਹ ਭੱਜ ਕੇ ਜਾਲ ਵਾਲੇ ਬੰਨੇ ਆ ਜਾਂਦੀ ਹੈ, ਪਰ ਫੜੀ ਜਾਂਦੀ ਹੈ। ਉਹਨੂੰ ਹੈ ਜ਼ੁਬਾਨ ਦਾ ਚਸਕਾ। ਮ੍ਰਿਗ, ਮੀਨ, ਭ੍ਰਿੰਗ, ਭੌਰਾ, ਉਹਨੂੰ ਹੈ ਸੁੰਘਣ ਦੀ, ਸੁਗੰਧੀ ਲੈਣ ਦਾ ਚਸਕਾ, ਨਾਸ਼ਕਾ। ਇਸ ਕਰਕੇ ਭੌਰਾ ਫੁੱਲ ਤੇ ਜਾ ਕੇ ਬਹਿ ਜਾਂਦਾ, ਤੇ ਭੌਰੇ ਦੀ ਮੌਤ ਪਤਾ ਕਿੱਦਾਂ ਹੁੰਦੀ ਹੈ? ਉਹ ਫੁੱਲ ਤੇ ਬਹਿ ਕੇ ਸੁਗੰਧੀ 'ਚ ਇੰਨਾ ਮਸਤ ਹੋ ਜਾਂਦਾ, ਸ਼ਾਮਾਂ ਪੈ ਜਾਂਦੀਆਂ, ਫੁੱਲ ਪੰਖੜੀਆਂ ਨੂੰ ਇਕੱਠਿਆਂ ਕਰ ਲੈਂਦਾ ਆਪਣਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਤੇ ਉੱਡਣਾ ਸੀ, ਤੇ ਉਹਦੇ ਅੰਦਰ ਹੀ ਦਮ ਘੁੱਟ ਕੇ ਮਰ ਜਾਂਦਾ। ਉਹਨੂੰ ਹੈ ਆਦਤ ਸੁਗੰਧੀ ਲੈਣ ਦੀ। ਪਤੰਗ ਪਤੰਗਾ, ਉਹਨੂੰ ਹੈ ਵੇਖਣ ਦੀ ਆਦਤ। ਤੁਸੀਂ ਆਹ ਲਾਈਟ, ਜਦੋਂ ਥੋੜ੍ਹਾ ਜਿਹਾ ਮੌਸਮ ਚੇਂਜ ਹੁੰਦਾ ਨਾ, ਬਰਸਾਤ ਵਾਲੇ ਦਿਨ ਹੁੰਦੇ ਨੇ, ਤੇ ਆਪਾਂ ਕਹਿੰਦੇ ਹਾਂ ਜੇ ਲਾਈਟ ਜਗਾਉਣੀ ਹੈ ਤਾਂ ਦਰਵਾਜ਼ਾ ਬੰਦ ਰੱਖਿਓ, ਨਹੀਂ ਤੇ ਬਾਹਰੋਂ ਜਿਹੜੇ ਪਤੰਗੇ ਨੇ ਨਾ, ਉਹ ਲਾਈਟ 'ਤੇ ਆਉਂਦੇ ਨੇ, ਤੇ ਉਹ ਆਣ ਕੇ ਲਾਈਟ ਦੇ ਉੱਤੇ ਇੰਨੇ ਖਿੱਚੇ ਆਉਂਦੇ ਨੇ ਨਾ, ਉਹ ਭਾਵੇਂ ਮਾਰੀ ਜਾਣ, ਉੱਥੇ ਕਿੰਨੇ ਮਰ ਕੇ ਥੱਲੇ ਲਾਈਟ ਦੇ ਡਿੱਗਦੇ ਨੇ ਉਹ। ਪਰ ਇਹ ਨਹੀਂ ਹੈ ਵੀ ਇੱਕ ਮਰ ਜਾਏ ਤੇ ਦੂਜਿਆਂ ਨੂੰ ਜਾ ਕੇ ਦੱਸੇ ਵੀ ਨਾ ਜਾਇਓ ਯਾਰ, ਉੱਥੇ ਮੌਤ ਹੋ ਜਾਂਦੀ ਹੈ। ਥੱਲੇ ਗਿਣਤੀ ਹਜ਼ਾਰਾਂ ਵਿੱਚ ਮਰੇ ਪਏ ਨੇ, ਤੇ ਨਵੇਂ ਆਣ ਕੇ ਫਿਰ ਲਾਈਟ ਤੇ ਬੈਠ ਰਹੇ ਨੇ। ਇੱਕੋ ਹੀ ਔਗਣ ਹੈ ਉਹਨਾਂ 'ਚ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਹੈ ਚਸਕਾ ਵੇਖਣ ਦਾ। ਤੇ ਜਿਹੜਾ ਹਾਥੀ, ਕੁੰਚਰ ਕਹਿੰਦੇ ਨੇ ਹਾਥੀ ਨੂੰ ਚਸਕਾ ਹੈ ਕਾਮ ਦਾ। ਭਗਤ ਰਵਿਦਾਸ ਜੀ ਕਹਿੰਦੇ ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼। ਵੇਖ ਬੰਦਿਆ, ਇਹਨਾਂ ਪੰਜਾਂ ਵਿੱਚ ਇੱਕ ਇੱਕ ਕਮੀ ਹੈ, ਤੇ ਇੱਕ ਇੱਕ ਕਮੀ ਨੇ ਇਹਨਾਂ ਪੰਜਾਂ ਦਾ ਬੇੜਾ ਗਰਕ ਕਰਤਾ।
पर कहते मेरा सवाल इन्हों नहीं है, पतंगिया ने थोड़ी सुधर जाना है। ਤੁਹਾਨੂੰ ਕੀ लगता अज के शब्द तो बाद कई पतंगे सुन रहे होंगे भी अज तो बाद लाइट तो नहीं जाया करनगे वो, तो आ रिकॉर्डिंग सुना दो भला मच्छियां जाल च नहीं जाणगियां वो। किसी समुद्र के कंढे ला के भी आ वेखो दसता अज भी मच्छी ने जाल च नहीं फसना, उन्हें फसना ही फसना आ। भावें जिन्ना मर्जी ऐलान कर दो, वड्डे वड्डे स्पीकर ला के समुद्रां दे कंढियां ते नदियां दे कंढियां ते दसो मच्छी नूं भी जाल च नहीं फसीदा, वो कहंदी जिन्ना मर्जी लैक्चर करी जाओ मेरे ते कोई असर नहीं हुंदा। बंदे भी बहुते इदां दे हुंदे ने, जिन्ने मर्जी समागम हो जाण, जिन्ने मर्जी लैक्चर हो जाण, जिन्नियां मर्जी विचारधारा समझा लईआं जाण, उन्हां रहना मच्छी वांगू उत्थे दा उत्थे ही है, फर्क कोई नहीं पैना उन्हां 'च। ते मच्छी नूं समझाउण लई लिखिआ भी नहीं, पर रविदास जी एक दुहाई दिंदे, कहंदे बंदिया इन्हां च पंजां च एक एक रोग सी ते तेरे च ते पंजे ही ने, तेरे च तां पंजे ही इकट्ठे ने, इन्हां नूं तां एक एक लैके बह गया। पंच रोग असाध जामै, ते साधे भी नहीं जा सकते क्योंकि साधन वाले कोल ते आउंदा नहीं तू, साधन वाले को तो दूरों ही रुमाला वेख के उत्थों ही मुड़ जाना फटाफट। इन्हें ही साधन दे दसना तरीका इन बापू ने समझाउणा, गुरु साहब जी ने समझाउणा भी जेड़े अवर पंच हम एक जना, ये पंज ने ते मैं कल्ला, ते इन्हां पंजां नाल मेरा मुकाबला है। अवर पंच हम एक जना, मारे लूटे नीत नीत, किस आगे करी पुकार जना। तो इत्थे जाके गुरु साहब जी ने समाप्ति नहीं करती भी हुण है नहीं कोई, इत्थों तो ऐ लगता ना फिर किहदे कोल पुकार करा। महाराज कहते राम नामा उचर मना, रब दे गुण पल्ले बन, जिहदे कोल गुरु होएगा ना लोभ लागे नहीं आएगा, उहदे काम लागे नहीं आएगा, क्रोध लागे नहीं आएगा। लिखिया ना बाबे ने बाणी च, कबीर आई मुझे पे अनक करे कर भेष। साडे कोल किहड़ी आई नहीं ये समस्या, बड़े भेष धार धार के आई पर असीं किसे दी परवाह नहीं कीती। कदी ये जहांगीर के रूप च आई, कदी ये वजीर खां के रूप में आई। किड्डी किड्डी स्वादली गल है इतिहास की। गुरु नानक साहब पातशाह जी भाई मरदाना जी के नाल प्रचार फेरियां ते निकले। महाराज सच्चे पातशाह जी ने पानी की डिमांड की। चलाक चौधरियां ने सोचा भी मरदाने जी ने कहा जाओ पानी लै आओ, तो जिथे पानी लैन गया ना मरदाना जी उत्थे हीरे खिलारते, तो मरदाना जी पानी भर के मुड़ आए। ਜਿਹੜੇ ਚਲਾਕ ਬੰਦੇ ਉਹ ਸੋਚਦੇ ਸੀ ਵੀ ਮਰਦਾਨਾ ਨਹੀਂ ਮੁੜਦਾ, ਹੁਣ ਉਹ ਤਾਂ ਹੀਰੇ ਲੈ ਕੇ ਨਿਕਲ ਜੂ ਕਿਸੇ ਬੰਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਵਾਪਸ ਆਇਆ ਨਾ ਪਾਣੀ ਲੈ ਕੇ ਭਾਈ ਮਰਦਾਨਾ ਜੀ, ਤੇ ਉਹ ਪੁੱਛਦੇ ਹੋਰ ਕੁਝ ਨਹੀਂ ਵੇਖਿਆ, ਕਹਿੰਦਾ ਲੈਣ ਹੀ ਨਹੀਂ ਗਿਆ ਸੀ ਹੋਰ ਕੁਝ। ਕਹਿੰਦੇ ਕਮਾਲ ਹੈ, ਉੱਥੇ ਤਾਂ ਕਿੰਨਾ ਕੁਝ ਸੀ, ਕਹਿੰਦਾ ਮੇਰਾ ਮਤਲਬ ਹੀ ਨਹੀਂ, ਪਾਣੀ ਲੈਣ ਗਿਆ ਸੀ ਪਾਣੀ ਲੈ ਕੇ ਆ ਗਿਆ। ਜਿਹੜੀ ਚੀਜ਼ ਨਾਲ ਵਾਹ ਹੀ ਨਹੀਂ ਮੇਰਾ, मेरी रिक्वायरमेंट ही नहीं, मेरी लोड़ ही नहीं, तो मैं कदों तो परेशान होवां उन्हां चीज़ां वास्ते। ये तो असी हुंदे आ। तुसीं वेखो बंदा किसी दे घर मिलण जाए ना तो सुख सांद पुछ के फिर ऐ वेखण लग पैंदा सोफे कित्थों लिआंदे, बड़े सोहणे आ। पहिलां तो होर सी तुहाडे सोफे, जदों पहली बार आए सी, क्यों सिरदर्दी लै रहे नहीं भी। अच्छा अंदर ये चल रहा भी बदल किदां लाए एडी छेती सोफे इन्हां ने। फिर घर जाके चर्चा करेगा। मैं गया सी अज उन्होंने घर, कमाल है सोफे पहला वाले आए नहीं, नवे लाए सी उन्होंने, तो किड्डी अजीब गल है। कितना परेशान हो रहा बंदा, की लेना है, बह चाह पी, अपना गलबात कर, अगले अपने ते चर्चा कर, अगले नाल चर्चा कर, अगले का दुख सुख पुछ। तो मिलने रिश्तेदारों को जाने, सारी डिस्कशन सोफे बैडा ते करके मुड़ आने। रंग कित्थों कराया, घड़ी कित्थों लियांदी, आ बैड किन्ने बनाया, ये हद होगी। बैड नूं मिलना आए हो तुसीं, मिल ते बंदियां नूं आए हो। अगले रिश्तेदारी किहदे नाल है, बंदियां नाल। पहला इत्थे अपना टाइम भी खराब किया, अगलियां दा भी किया, फिर घर जाके कईयां दा साह सुकाउणा भी सोफे ते उन्हां ने लिआंदे आ, पता नहीं इन्ना पैसा कित्थों आउंदा। हुण घरदिआं नूं जिन्ना चिर ओह ना वेख के आण के उन्हां दा किहड़ा साह सुक्किआ जाना, फिर ओह कहणगे वेख के ते आईए। साडी 10 दिन इहदे ते चर्चा होई जाएगी। नहीं भाई, समा समाप्त है। गल आपां ये कर रहे सी, ये सिर्फ तां होया क्योंकि तुसीं गुरु नूं अजे तक वेखिआ नहीं। जिद्दण गुरु वेख लिया
ਉਦਣ ਤੁਹਾਡੇ 'ਚ ਭਾਈ ਮਰਦਾਨਾ ਪੈਦਾ ਹੋਣਾ ਹੈ, ਤੇ ਭਾਈ ਮਰਦਾਨੇ ਦੇ ਲਾਗੇ ਜੇ ਉਹਨੂੰ ਪਾਣੀ ਦਾ ਘੁੱਟ ਚਾਹੀਦਾ ਤੇ ਹੀਰੇ ਪਏ ਨੇ, ਉਹਦੀ ਕੋਈ ਕੀਮਤ ਨਹੀਂ ਹੈ। ਸਿੱਖਾ, ਜੇ ਅੱਜ ਤੂੰ ਡੋਲ ਰਿਹਾ ਹੈ ਨਾ ਕਿਤੇ, ਜੇ ਅੱਜ ਤੂੰ ਕਿਰਦਾਰ ਤੋਂ ਡਿੱਗ ਰਿਹਾ ਹੈ, ਕੁਝ ਚਮਕੀਆਂ ਚੀਜ਼ਾਂ ਵਿਖਾ ਕੇ ਤੈਨੂੰ ਤੇਰੇ ਕਿਰਦਾਰ ਤੋਂ ਸੁੱਟ ਲਿਆ ਅਗਲਿਆਂ ਨੇ, ਤੇ ਤੂੰ ਆਪਣੇ ਗੁਰੂ ਕੋਲੋਂ ਚਸ਼ਮਾ ਲੈ ਕੇ ਨਹੀਂ ਗਿਆ, ਜਿਸ ਚਸ਼ਮੇ ਨਾਲ ਤੈਨੂੰ ਗੁਰੂ ਸਾਹਿਬ ਜੀ ਨੇ ਸਿਖਾਉਣਾ ਸੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰੀ ਤੋਂ ਬਿਨਾ ਵੇਖਣਾ ਹੀ ਨਹੀਂ, ਧਿਆਨ ਹੀ ਨਹੀਂ ਜਾਣਾ ਚਾਹੀਦਾ ਕਿਸੇ ਬੰਨੇ। ਸਵਾਓ, ਇਹ ਸਾਡੀ ਜ਼ਿੰਦਗੀ 'ਚੋਂ 5 ਕੱਢ ਕੇ 5 ਗੁਰੂ ਸਾਹਿਬ ਜੀ ਨੇ ਪਵਾਏ ਸੀ। ਵਿਸਾਖੀ ਵਾਲੇ ਦਿਨ ਵਿਕਾਰ ਕੱਢਤੇ, ਕਕਾਰ ਪਵਾਤੇ, ਵਿਕਾਰ ਮੁਕਾਤੇ, ਤੇ ਗੁਰੂ ਸਾਹਿਬ ਜੀ ਕਹਿੰਦੇ ਪੰਚ ਦੋਖ ਅਰ ਆਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਸੋ ਆਓ ਆਪਾਂ ਵੀ ਕੋਸ਼ਿਸ਼ ਕਰੀਏ ਇਸ ਤਨ ਵਿੱਚੋਂ ਇਹਨਾਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਨੂੰ ਦੂਰ ਕਰਕੇ ਗੁਰੂ ਸਾਹਿਬ ਜੀ ਦੀ ਅਸਲ ਸਿੱਖਿਆ, ਗੁਰੂ ਸਾਹਿਬ ਜੀ ਦੇ ਅਸਲ ਦੀਦਾਰ। ਤੇ ਮੈਂ ਇਹ ਦਾਅਵੇ ਨਾਲ ਕਹਿੰਦਾ, ਹਰ ਥਾਂ ਤੇ ਬੇਨਤੀ ਕਰੀਦੀ ਹੈ, ਜਿੱਦਣ ਤੁਸੀਂ ਗੁਰੂ ਨੂੰ ਵੇਖ ਲਿਆ, ਉਦਣ ਜਿਹੜਾ ਤੁਹਾਨੂੰ ਵੇਖੇਗਾ ਨਾ, ਉਹਦਾ ਵੀ ਗੁਰੂ ਨੂੰ ਵੇਖਣ ਨੂੰ ਦਿਲ ਕਰੇਗਾ, ਕਿਉਂਕਿ ਉਹਨੂੰ ਲੱਗੂਗਾ ਵੀ ਗੁਰੂ ਨੂੰ ਵੇਖ ਕੇ ਬੰਦੇ ਇੱਦਾਂ ਦੇ ਹੋ ਜਾਂਦੇ ਨੇ। ਗੁਰੂ ਦੇ ਦਰਸ਼ਨ ਕਰਕੇ ਮਨੁੱਖ ਦੇ ਜੀਵਨ ਵਿੱਚ ਇਹ ਤਬਦੀਲੀਆਂ ਆਉਂਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਸਾਡੀ ਜ਼ਿੰਦਗੀ ਦਾ ਆਧਾਰ ਬਾਬੇ ਦੀ ਬਾਣੀ ਬਣ ਸਕੇ। ਇਸੇ ਤਰ੍ਹਾਂ ਅਦਬ ਸਤਿਕਾਰ ਦੇ ਨਾਲ ਗੁਰੂ ਦੀਆਂ ਬਾਤਾਂ ਨੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਆਪਾਂ ਰਲ ਮਿਲ ਕੇ ਸਮਝਦੇ ਰਹੀਏ। ਸਭਨਾਂ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ। ਭੁੱਲਾਂ ਮੇਰੀਆਂ ਸਮਝ ਕੇ ਮਾफ़ ਕਰ ਦਿਓ। ਸ਼ਬਦ ਕੋਈ ਚੰਗਾ ਲੱਗਾ ਹੋਵੇ ਉਹ ਮੇਰਾ ਨਹੀਂ, ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ, ਇਤਿਹਾਸ ਦਾ ਹੈ, ਉਹਨੂੰ ਹਿਰਦੇ 'ਚ ਥਾਂ ਦਿਓ। ਭੁੱਲਾਂ ਮਾफ़ ਕਰਿਓ। ਸਾਰੇ ਪ੍ਰਬੰਧਕ ਵੀਰਾਂ ਦਾ, ਇੱਥੋਂ ਦੀ ਸਮੁੱਚੀ ਸਾਰੀ ਜਥੇਬੰਦੀ ਦਾ, ਸਾਰੇ ਵੀਰਾਂ ਦਾ ਜਿਹੜੇ ਸਹਿਯੋਗ ਕਰ ਰਹੇ ਨੇ, ਜਿਹੜੇ ਉਪਰਾਲਾ ਕਰ ਰਹੇ ਨੇ, ਉਹਨਾਂ ਨੂੰ ਸਭਨਾਂ ਦਾ ਧੰਨਵਾਦ ਹੈ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਿਓ, ਇਸ 8 ਦਿਨਾਂ ਦੇ ਦੀਵਾਨ ਵਿੱਚ ਅਸੀਂ ਗੁਰੂ ਦੇ ਦਰਸ਼ਨ ਕਰ ਸਕੀਏ, ਤੇ 8 ਦਿਨਾਂ ਦੇ ਦੀਵਾਨਾਂ ਤੋਂ ਬਾਅਦ ਅਸੀਂ ਦੁਨੀਆ ਦੇ ਲੋਕਾਂ ਨੂੰ ਦੱਸ ਸਕੀਏ ਵੀ ਗੁਰੂ ਦੇ ਦਰਸ਼ਨਾਂ ਤੋਂ ਬਾਅਦ ਮਨੁੱਖ ਦੇ ਜੀਵਨ ਵਿੱਚ ਤਬਦੀਲੀਆਂ ਕੀ ਆਉਂਦੀਆਂ ਹਨ। ਫਿਰ ਇਹ ਸਾਰੇ ਕੀਤੇ ਹੋਏ ਕਾਰਜ ਸਫਲ ਹੋਣਗੇ। ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਸ਼ੁਕਰ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਦਾ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।